ਸਰ ਤੁਹਾਡੇ ਕੋਲੇ ਬਹੁਤ ਦਰਦ ਹੈ ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ। ਉਹ ਆਜ਼ਾਦੀ ਸਾਡੇ ਲਈ ਦੁਆਵਾਂ ਸੀ ਜਾਂ ਬਰਬਾਦੀ ਸੀ? 1 ਮਿਲੀਅਨ ਬੰਦਿਆਂ ਦੀ ਜਾਨ ਗਈ, ਕਮ ਸੇ ਕਮ 14 ਤੋਂ 15 ਮਿਲੀਅਨ ਘਰ ਤੋਂ ਬੇਘਰ ਹੋਏ। ਤੁਸੀਂ ਕਿਤਾਬ ਲਿਖੀ ਹੈ ਜੀ ਪੰਜਾਬ ਬਾਰੇ, ਤੁਸੀਂ ਇਹ ਸੋਚਦੇ ਹੋ ਕਿ ਇਸ ਤੋਂ ਪਹਿਲਾਂ ਕੰਮ ਹੀ ਨਹੀਂ ਹੋਇਆ, ਇਸ ਬਾਬਤ ਲਿਖਿਆ ਨਹੀਂ ਗਿਆ, ਤੁਹਾਨੂੰ ਕਿਉਂ ਕਰਨਾ ਪਿਆ? ਕਿ ਪੰਜਾਬ ਦੀ ਪਾਰਟੀਸ਼ਨ ਵਿੱਚ ਕਿ ਤਿੰਨੋਂ ਕਮਿਊਨਿਟੀਜ਼ ਦੇ ਉੱਤੇ ਹਮਲੇ ਹੋਏ ਤੇ ਤਿੰਨੋਂ ਕਮਿਊਨਿਟੀਜ਼ ਦੇ ਲੋਕ ਮਿਲ ਕੇ ਜਾ ਕੇ ਦੂਸਰਿਆਂ ਤੇ ਹਮਲੇ ਕਰਦੇ ਰਹੇ। ਅੰਮ੍ਰਿਤਸਰ ਦੇ ਵਿੱਚ ਉਹਨਾਂ ਵੇਲਿਆਂ ਦੇ ਵਿੱਚ ਮੁਸਲਮਾਨ ਔਰਤਾਂ ਨੂੰ ਨਿਰਵਸਰ ਕਰਕੇ ਬਾਜ਼ਾਰ 'ਚ ਘੁਮਾਇਆ ਗਿਆ। ਜਿਨ੍ਹਾਂ ਲੋਕਾਂ ਨਾਲ ਤੁਸੀਂ ਗੱਲਬਾਤ ਕੀਤੀ, ਪਰ ਉਹਨਾਂ ਸਾਰਿਆਂ ਦੀ ਗੱਲਾਂ ਬਾਤਾਂ ਤੇ ਉਹਨਾਂ ਦੀ ਜੋ ਉਹਨਾਂ ਨੇ ਗੁਫ਼ਤਗੂ ਤੁਹਾਡੇ ਨਾਲ ਕੀਤੀ, ਉਹਦੇ ਸਾਰੇ ਤੇ ਹੀ ਯਕੀਨ ਕਿਵੇਂ ਕਰ ਲਿਆ? ਹਾਂ, ਇਹ ਬੜਾ ਇੰਟਰਸਟਿੰਗ ਸਵਾਲ ਹੈ। ਮੇਰਾ ਕਹਿਣਾ ਹੈ ਕਿ ਤੁਸੀਂ ਜਦੋਂ ਬੈਠ ਕੇ ਬਾਡੀ ਲੈਂਗੁਏਜ ਦੇਖਦੇ ਹੋ ਨਾ, ਜਿਹੜੇ ਇੱਕ ਖਾਸ ਤਿਆਰੀ ਨਾਲ ਆਉਂਦੇ ਨੇ ਉਹ ਫੜੇ ਜਾਂਦੇ ਨੇ। ਇੱਕ ਆਮ ਗਰੀਬ ਆਦਮੀ ਜਦੋਂ ਆਪਣੀ ਸਟੋਰੀ ਦੱਸਦਾ ਹੈ ਤੇ ਉਹਦੇ ਇਮੋਸ਼ਨਸ ਤੁਸੀਂ ਰੀਡ ਕਰ ਸਕਦੇ ਹੋ। ਜੋ ਕੁਝ ਬੰਗਾਲ ਦੇ ਵਿੱਚ ਵਾਪਰਿਆ, ਅਸੀਂ ਬੰਗਾਲੀਆਂ ਨੂੰ ਮਨਫੀ ਕਰਕੇ ਦੇਖ ਰਹੇ ਹਾਂ। 1857 ਦੇ ਬਾਅਦ ਕਦੀ ਬੰਗਾਲੀਆਂ ਨੂੰ ਔਰ ਇਹਨਾਂ ਲੋਕਾਂ ਨੂੰ ਫਾਈਟਿੰਗ ਫੋਰਸਿਸ ਨਹੀਂ ਰੱਖਿਆ। ਮਹਾਤਮਾ ਗਾਂਧੀ ਬਾਰੇ ਇੱਕ ਚਰਚਾ ਛਿੜੀ ਹੋਈ ਹੈ, ਉਹ ਮੁਸਲਮਾਨਾਂ ਦੇ ਹੱਕ ਵਿੱਚ ਭੁਗਤ ਗਏ। 15 ਅਗਸਤ ਨੂੰ ਜਦੋਂ ਦਿੱਲੀ ਦੇ ਵਿੱਚ ਖੁਸ਼ੀਆਂ ਮਨਾਈ ਜਾ ਰਹੀਆਂ ਸਨ, ਕਲਕੱਤੇ 'ਚ ਹਮਲਾ ਹੋਇਆ ਸੀ ਔਰ ਕਈ ਲੋਕ ਮਾਰੇ ਗਏ ਸਨ। ਉਹਨੂੰ ਲੈ ਕੇ ਉਹ ਫਿਰ ਮੁਸਲਮਾਨਾਂ 'ਚ ਬੈਠ ਗਏ। ਹੁਣ ਹਿੰਦੂਆਂ ਦੇ ਵਿੱਚ ਅਲਬੱਤਾ ਮਹਾਤਮਾ ਕਲਕੱਤੇ ਤੇ ਜਾ ਕੇ ਬਹਿ ਗਏ, ਤੇ ਸਾਡੇ ਜਿਹੜੇ ਪੰਜਾਬ ਦੇ ਵਿੱਚ ਹਿੰਦੂਆਂ ਸਿੱਖਾਂ ਨਾਲ ਹੋ ਰਿਹਾ ਸੀ, ਉੱਥੇ ਕਿਉਂ ਨਹੀਂ ਸਨ? ਜਿਹੜਾ ਹਿੰਦੂ ਮਹਾਸਭਾ ਦਾ ਰੋਲ ਹੈ ਜਾਂ ਅਕਾਲੀਆਂ ਦਾ ਰੋਲ ਹੈ, ਮੁਸਲਿਮ ਲੀਗ ਦਾ ਰੋਲ ਹੈ, ਇਹਨਾਂ ਸਾਰਿਆਂ ਦਾ ਕੀ ਰੋਲ ਸੀਗਾ? ਮਾਸਟਰ ਤਾਰਾ ਸਿੰਘ ਦਾ ਬਿਆਨ ਮੈਂ ਦਿੱਤਾ ਹੈ ਨਵੰਬਰ 47 ਵਿੱਚ ਕਿ ਮੈਂ ਐਡਵਾਈਸ ਕਰਨਾ ਮੁਸਲਮਾਨਾਂ ਨੂੰ ਕਿ ਹਿੰਦੁਸਤਾਨ ਛੱਡ ਦੇਣ, ਕਿਉਂਕਿ ਕੋਈ ਮੁਸਲਮਾਨ ਲਾਇਲ ਟੂ ਇੰਡੀਆ ਨਹੀਂ ਹੋ ਸਕਦਾ। ਔਰ ਜਿਹੜੇ ਹਿੰਦੂ ਸਿੱਖ ਪਾਕਿਸਤਾਨ ਵਿੱਚ ਹਲੇ ਵੀ ਹਨ, ਉਹ ਉੱਥੋਂ ਵੀ ਆ ਜਾਣ, ਕਿਉਂਕਿ ਇੱਕ ਇਸਲਾਮਿਕ ਸਟੇਟ ਵਿੱਚ ਉਹਨਾਂ ਨੂੰ ਇਕੁਅਲ ਰਾਈਟਸ ਨਹੀਂ ਮਿਲ ਸਕਦੇ। ਜਸ ਟੀਵੀ ਦੇਖ ਰਹੇ ਤੁਸੀਂ, ਮੈਂ ਕੇਪੀ ਸਿੰਘ ਵਿਊ ਪੁਆਇੰਟ ਵਿੱਚ ਤੁਹਾਡਾ ਸਭ ਦਾ ਸਵਾਗਤ ਕਰਦਾ ਹਾਂ। ਅੱਜ ਜਿਹੜੇ ਸਾਡੇ ਨਾਲ ਮਹਿਮਾਨ ਨੇ, ਉਹਨਾਂ ਬਾਰੇ ਇੰਨਾ ਕੁ ਤਾਰਫ ਬਹੁਤ ਹੈ ਕਿ ਉਹਨਾਂ ਦਾ ਨਾਮ ਡਾਕਟਰ ਇਸ਼ਤਿਆਕ ਅਹਿਮਦ ਹੈ। ਉਹਨਾਂ ਨੇ ਕੰਮ ਕੀ ਕੀਤਾ ਹੈ ਉਹ ਸਾਰੀ ਦੁਨੀਆ ਜਾਣਦੀ ਹੈ ਤੇ ਦੁਨੀਆ ਉਹਨਾਂ ਦੀ ਗੱਲ ਸੁਣਦੀ ਹੈ। ਇੱਕ ਬਹੁਤ ਹੀ ਮਹਾਨ ਸਾਹਿਤਕਾਰ ਨੇ ਲਿਖਿਆ ਕਿ ਰੱਬ ਇੱਕ ਗੁੰਝਲਦਾਰ ਬੁਝਾਰਤ, ਰੱਬ ਇੱਕ ਗੋਰਖ ਤੰਦਾ, ਖੋਲਣ ਲੱਗਿਆਂ ਪੇਚ ਇਸਦੇ ਕਾਫਰ ਹੋ ਜੇ ਬੰਦਾ। ਖੋਜੋਂ ਮੂਲ ਨਾ ਖੁੰਝੀ, ਲਾਈ ਲੱਗ ਮੋਮਨ ਨਾਲੋਂ, ਖੋਜੀ ਕਾਫਰ ਚੰਗਾ। ਇਹ ਖੋਜੀ ਨੇ। ਬਹੁਤ ਸਵਾਗਤ ਹੈ ਸਰ ਤੁਹਾਡਾ। ਬਹੁਤ ਬਹੁਤ ਮਿਹਰਬਾਨੀ। ਜਸ ਟੀਵੀ ਨੂੰ ਮੈਂ ਉੱਥੇ ਸਟਾਕਹੋਮ ਵੀ ਜਿੱਥੇ ਮੈਂ ਰਹਿਣਾ ਦੇਖਣਾ ਹੁੰਦਾ, ਤੇ ਅੱਜ ਤੁਹਾਡੇ ਨਾਲ ਮੁਲਾਕਾਤ ਹੋ ਗਈ ਹੈ ਤੇ ਬਹੁਤ ਖੁਸ਼ੀ ਦੀ ਗੱਲ ਹੈ। ਸ਼ੁਕਰੀਆ ਸਰ, ਤੁਸੀਂ ਵਕਤ ਕੱਢਿਆ ਜੀ। ਸਰ ਤੁਹਾਡੇ ਕੋਲੇ ਬਹੁਤ ਦਰਦ ਹੈ ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ ਦਾ। ਜੀ। ਮੈਂ ਪਹਿਲੀ ਚੀਜ਼ ਇਹ ਸਮਝਣਾ ਚਾਹੁੰਦਾ ਕਿ ਉਹ ਆਜ਼ਾਦੀ ਸਾਡੇ ਲਈ ਦੁਆਵਾਂ ਸੀ ਜਾਂ ਬਰਬਾਦੀ ਸੀ? ਦੇਖੋ, ਆਜ਼ਾਦੀ ਆਪਣੀ ਜਗ੍ਹਾ ਤੇ ਇੱਕ ਮਹਿਕੂਮ ਕੌਮ ਜਿਹੜੀ ਦੇ ਉੱਤੇ ਕੋਈ ਹੋਰ ਹੁਕੂਮਤ ਕਰਦਾ, ਉਸ ਤੋਂ ਆਜ਼ਾਦ ਹੋਣਾ ਜਿਹੜਾ ਉਹ ਲੋਕ ਉਸ ਨੂੰ ਉਹਦੀ ਖੁਸ਼ੀ ਮਨਾਉਂਦੇ ਨੇ। ਲੇਕਿਨ ਇਹਦੇ ਵਿੱਚ 1 ਮਿਲੀਅਨ ਬੰਦਿਆਂ ਦੀ ਜਾਨ ਗਈ ਕਮ ਸੇ ਕਮ, ਤੇ 14 ਤੋਂ 15 ਮਿਲੀਅਨ ਘਰ ਤੋਂ ਬੇਘਰ ਹੋਏ, ਜਿਨ੍ਹਾਂ ਦੇ ਵਿੱਚ ਪੰਜਾਬ ਦੇ ਵਿੱਚੋਂ ਇਹ ਸਾਰੇ ਮਿਲੀਅਨ ਦੇ ਵਿੱਚ 8 ਲੱਖ ਪੰਜਾਬੀਆਂ ਦੀ ਜਾਨਾਂ ਗਈਆਂ ਔਰ 10 ਮਿਲੀਅਨ ਪੰਜਾਬੀ ਆਪਣੇ ਘਰਾਂ ਤੋਂ ਦੂਸਰੇ ਪਾਸੇ ਗਏ। ਤੇ ਜਿਹੜਾ ਅਲਮੀਆ ਪੰਜਾਬ ਦਾ ਹੈ ਕਿ ਆਜ਼ਾਦੀ ਵੀ ਹੋਈ, ਲੇਕਿਨ ਉਹਦੇ ਵਿੱਚ ਐਡਾ ਵੱਡਾ ਖੂਨ ਖਰਾਬਾ ਜਿਹਦੀ ਕੋਈ ਸਾਡੀ ਇਸ ਸਬ ਕੰਟੀਨੈਂਟ ਦੀ ਹਿਸਟਰੀ 'ਚ ਕੋਈ ਉਹਦਾ ਮਿਸਾਲ ਨਹੀਂ ਹੈਗੀ। ਲਿਹਾਜ਼ਾ ਇਹਦਾ ਦੁੱਖ ਜਿਹੜਾ ਹੈ ਉਹ ਲਾਸਟਿੰਗ ਹੈ। ਉਹ ਜਿਹੜੀ ਖੁਸ਼ੀ ਇੱਕ ਦਿਨ ਦੀ ਸੀ ਜਾਂ 2 ਦਿਨ ਦੀ ਸੀ, ਉਹ ਉਦੋਂ ਹੋ ਗਈ। ਤੇ ਅਸੀਂ ਹਲੇ ਤੱਕ ਉਸੀ ਪਾਰਟੀਸ਼ਨ ਦਾ ਜਿਹੜਾ ਹੈ ਨਾ ਅਸਰ ਉਹ ਸਿਆਸਤ ਹੀ ਦੇਖਦੇ ਹਾਂ, ਔਰ ਪਾਕਿਸਤਾਨ ਹਿੰਦੁਸਤਾਨ ਦੇ ਰਿਸ਼ਤੇ 'ਚ ਦੇਖਦੇ ਹਾਂ। ਔਰ ਇੱਕ ਦੀਵਾਰ ਖੜੀ ਹੋਈ ਦੀ ਹੈ ਵਾਹਗਾ ਅਟਾਰੀ 'ਤੇ, ਜਿੱਥੇ ਹਰ ਸ਼ਾਮ ਨੂੰ ਨਫ਼ਰਤ ਇੱਕ ਦੂਸਰੇ ਨਾਲ ਜਿਹੜੀ ਹੈ ਉਹਦਾ ਦੁਬਾਰਾ ਸੈਰਮਨੀ ਹੁੰਦੀ। ਉਹ ਸਾਡੇ ਵੱਲੋਂ ਤੇ ਤੁਹਾਡੇ ਵੱਲੋਂ ਜਿਹੜੀ
ਫੌਜੀ ਨੇ ਉਹ ਮਾਰਦੇ ਨੇ ਆਪਣਾ ਬੜੀ ਜ਼ੋਰ ਨਾਲ ਅੱਡੀ ਜ਼ਮੀਨ ਤੇ ਫਿਰ ਜਿਹੜੇ 2 ਗੇਟ ਨੇ ਉਹ ਬੈਂਗ ਕਰਕੇ ਬੰਦ ਕਰਦੇ ਨੇ ਕਿ ਇਹ ਇਲਾਕਾ ਜਿਹੜਾ ਹੈ ਉਹ ਇਸ ਤੋਂ ਕੋਈ ਕ੍ਰਾਸ ਨਹੀਂ ਕਰ ਸਕਦਾ। ਤੇ ਮੈਂ ਸਮਝਦਾ ਆਜ਼ਾਦੀ ਦੀ ਇੱਕ 2 ਦਿਨ ਜਿਹੜੇ ਲੋਕ ਮਨਾਉਂਦੇ ਨੇ, ਮਗਰ ਜਿਹੜੀ ਉਹਦੇ ਨਾਲ ਖੂਨ ਬਹਿਆ ਲੋਕਾਂ ਦਾ, ਬੱਚਿਆਂ ਨੂੰ ਨੇਜ਼ਿਆਂ ਤੇ ਚੁੱਕਿਆ ਗਿਆ, ਔਰਤਾਂ ਨੂੰ ਰੇਪ ਕੀਤਾ ਗਿਆ, ਬਜ਼ੁਰਗਾਂ ਨੂੰ ਜਿਹੜੇ ਵਿਚਾਰੇ ਚੱਲ ਨਹੀਂ ਸਨ ਸਕਦੇ ਉਹਨਾਂ ਨੂੰ ਉੱਥੇ ਛੱਡਣਾ ਪਿਆ, ਬੁੱਢੀ ਮਾਵਾਂ ਦਾ ਵੀ ਇਹੀ ਹੋਇਆ, ਭੈਣਾਂ ਨੂੰ ਆਪਣੇ ਭਰਾਵਾਂ ਮਤਲਬ ਇੱਕ ਦੂਸਰੇ ਕੋ ਉਜੜ ਗਏ, ਉਹਦੇ ਬਾਅਦ ਦੁਬਾਰੇ ਮਿਲੇ ਨਹੀਂ। ਤੇ ਜਿਹੜਾ ਉਹ ਹੈ 47 ਦਾ 14-15 ਦੀ ਅਗਸਤ, ਉਹ ਪੰਜਾਬ ਲਈ ਤੇ ਹਮੇਸ਼ਾ ਲਈ ਇੱਕ ਹੈ, ਉਹ ਇੱਕ ਟ੍ਰੈਜੇਡੀ ਮੈਂ ਸਮਝਦਾ। ਤੁਸੀਂ ਕਿਤਾਬ ਲਿਖੀ ਹੈ ਜੀ ਪੰਜਾਬ ਬਾਰੇ ਜੀ, ਬਹੁਤ ਦਰਦ ਮਿਲਿਆ ਹੋਊਗਾ ਜਿਹੜੀਆਂ ਤੁਸੀਂ ਇੰਟਰਵਿਊਜ਼ ਕੀਤੀਆਂ। ਓਹੋ ਤਕਰੀਬਨ ਜਿੱਥੇ ਤੱਕ ਮੈਨੂੰ ਜਾਣਕਾਰੀ ਹੈ 400 ਇੰਟਰਵਿਊਜ਼ ਤੁਸੀਂ ਕੀਤੀਆਂ ਜੀ, 262 ਦੇ ਤਕਰੀਬਨ ਤੁਸੀਂ ਇੰਟਰਵਿਊਜ਼ ਛਾਪੇ ਨੇ ਉਹਦੇ 'ਚ। ਉਦੋਂ ਕਿਹੋ ਜਿਹਾ ਤਜਰਬਾ ਰਿਹਾ ਤੁਹਾਡਾ? ਐਸਾ ਤਜਰਬਾ ਕਿ ਜਿਸ ਤਰ੍ਹਾਂ ਹਰ ਇੰਟਰਵਿਊ ਦੇ ਵਿੱਚ ਇੱਕ ਨਵਾਂ ਐਂਗਲ ਕਿ ਹੋਇਆ ਕੀ ਸੀ, ਕਿਹਨੇ ਕੀ ਕੀਤਾ, ਉਹ ਸੁਣਨ ਦਾ ਮਿਲਿਆ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਦਿਆਂ ਜਿਹੜਾ ਮੈਂ ਸਮਝਦਾ ਕਿਤਾਬ ਦੇ ਵਿੱਚ ਬਹੁਤ ਲੋਕਾਂ ਨੇ ਨੋਟਿਸ ਕੀਤਾ। ਇੱਕ ਹੈ ਪਿੰਡ ਧਮਾਲੀ, ਰਾਵਲਪਿੰਡੀ ਡਿਸਟ੍ਰਿਕਟ ਵਿੱਚ। ਪਾਰਟੀਸ਼ਨ ਤੋਂ ਪਹਿਲੇ ਇਹ ਵੱਡਾ ਇੱਕ ਪਿੰਡ ਸੀ, 3000 ਲੋਕ ਰਹਿੰਦੇ ਸਨ, ਜ਼ਿਆਦਾਤਰ ਸਿੱਖ, ਕੁਝ ਹਿੰਦੂ ਔਰ 3-4 ਘਰ ਮੁਸਲਮਾਨਾਂ ਦੇ। ਮਾਰਚ 1947 ਵਿੱਚ ਜਦੋਂ ਇਸ 'ਤੇ ਹਮਲਾ ਹੋਇਆ ਤੇ ਉਹ ਉਜੜ ਗਏ, ਉਹਨਾਂ 'ਚੋਂ ਮਹਿਲ 90% ਸ਼ਾਇਦ ਮਾਰੇ ਗਏ, ਔਰ ਔਰਤਾਂ ਜਿਹੜੀਆਂ ਨੇ ਉਹਨਾਂ ਨੇ ਛਾਲ ਮਾਰਤੀ ਉਹਦੇ 'ਚ ਖੂਹਾਂ ਦੇ ਵਿੱਚ, ਬਲਕਿ ਕਈਆਂ ਨੇ ਤੇ ਆਪਣੀ ਔਰਤਾਂ ਨੂੰ ਕਤਲ ਵੀ ਕੀਤਾ ਕਿ ਇਹ ਜਿਹੜੇ ਨੇ ਗੁੰਡਿਆਂ ਦੇ ਹੱਥ ਨਾ ਆ ਜਾਣ। ਉਹ ਸਾਰੀ ਉਹਦੇ 'ਚ ਕਹਾਣੀ ਹੈ ਧਮਾਲੀ ਦੀ। ਉੱਥੇ ਕੋਈ 10-12 ਬੰਦੇ ਜਿਹੜੇ ਨੇ ਉਹ ਬਚ ਕੇ ਤੇ ਜਿਹੜੀ ਹੁੰਦੀ ਹੈ ਨਾ ਪਹਿਲੀ ਪਿੰਡ ਦੇ ਬਾਹਰ, ਉੱਥੇ ਆ ਗਏ। ਤੇ ਹੁਣ ਜਿਹੜਾ ਇਹ ਹਮਲਾ ਕਰਨ ਵਾਲੇ ਸਨ ਉਹ ਕਹਿਣ ਕਿ ਤੁਸੀਂ ਮੁਸਲਮਾਨ ਹੋ ਜਾਓ, ਅੱਲਾ ਅੱਲਾ ਕਰੋ। ਤੇ ਉਹਨਾਂ ਨੇ ਅੱਲਾ ਅੱਲਾ ਕਰਨਾ ਸ਼ੁਰੂ ਕਰਤਾ। ਤੇ ਫਿਰ ਵੀ ਇੱਕ ਹੋਰ ਗਰੋਹ ਆਇਆ, ਇੱਕ ਹੋਰ ਗਰੁੱਪ, ਉਹਨੇ ਕਿਹਾ ਨਹੀਂ ਇਹ ਸਿਰਫ ਦਿਲੋਂ ਨਹੀਂ ਕਰ ਰਹੇ। ਉਹਨਾਂ ਨੇ ਘੋੜੀਆਂ ਮਾਰੀਆਂ ਤੇ ਲੋਕ ਗਿਰ ਗਏ, ਇਹਨਾਂ 'ਚੋਂ ਵੀ 10-12 'ਚੋਂ। ਤੇ ਉਦੋਂ ਪੈ ਗਈ ਸ਼ਾਮ ਜਦੋਂ ਪੈ ਗਈ ਤੇ ਉਹਨਾਂ ਨੇ ਕਿਹਾ ਯਾਰ ਇਹ ਜਿਹੜਾ ਜੇ ਫੌਜ ਆਈ ਜਾਂ ਹਕੂਮਤ ਦਾ ਕੋਈ ਬੰਦਾ ਆਇਆ, ਮਾਰਚ ਦੀ ਗੱਲ ਹੈ, ਮਾਰਚ 6 ਤੋਂ ਲੈ ਕੇ 12 ਤੱਕ ਇਹ ਕਤਲੇਆਮ ਹੋਇਆ ਸੀ ਰਾਵਲਪਿੰਡੀ 'ਚ। ਤੇ ਇਹ ਪਿੰਡ ਉਸੇ ਦੌਰ 'ਚ ਇਹਦੇ ਨਾਲ ਇਹ ਹੋਇਆ। ਤੇ ਕਿਸੇ ਨੇ ਕਿਹਾ ਕਿ ਇਹਨਾਂ 'ਤੇ ਕਿੱਕਰ ਪਾ ਕੇ ਤੇ ਜਲਾ ਦਿਓ। ਤੇ ਜਦੋਂ ਜਿਹੜੇ ਲੋਕ ਗਿਰੇ ਸਨ ਸਾਰੇ ਨਹੀਂ ਸਨ ਮਰੇ, ਉਹਨਾਂ 'ਚੋਂ ਕੁਝ ਲੋਕ ਜ਼ਿੰਦਾ ਸਨ। ਉਹ ਆਪਣਾ ਚੁੱਪ ਕਰਕੇ ਸ਼ੋਅ ਕੀਤਾ ਕਿ ਅਸੀਂ ਮਰ ਗਏ ਹਾਂ। ਤੇ ਕਿੱਕਰ ਉਹਨਾਂ ਨੇ ਪਾਇਆ ਕਿ ਇਹਨਾਂ ਨੂੰ ਅੱਗ ਲਾ ਕੇ ਤੇ ਨਿਸ਼ਾਨ ਹੀ ਇਹਨਾਂ ਦਾ ਖਤਮ ਕਰ ਦਿਓ। ਇੰਨੀ ਦੇਰ 'ਚ ਇੱਕ ਹੋਰ ਗਰੁੱਪ ਆ ਗਿਆ, ਉਹਨੇ ਕਿਹਾ ਇਹਨਾਂ ਨੇ ਤੇ ਇਹ ਮੁਸਲਮਾਨ ਹੋ ਗਏ ਸਨ ਔਰ ਮੁਸਲਮਾਨਾਂ ਨੂੰ ਜਲਾਣਾ ਜਿਹੜਾ ਹੈ ਉਹ ਪਾਪ ਹੈਗਾ। ਤੇ ਉਹ ਫੈਸਲਾ ਨਾ ਕਰ ਸਕੇ ਕਿ ਹੁਣ ਇਹ ਜਿਹੜੇ ਪਏ ਨੇ ਇਹਨਾਂ ਨਾਲ ਕੀ ਕੀਤਾ ਜਾਏ। ਉਹ ਉੱਥੋਂ ਚਲੇ ਗਏ ਤੇ ਸਵੇਰ ਫੌਜ ਫਿਰ ਪੂਰੇ ਇੱਕ ਹਫ਼ਤੇ ਦੇ ਬਾਅਦ, ਦੇਖੋ ਰਾਵਲਪਿੰਡੀ ਔਰ ਇਹ ਜਿਹੜੇ ਪਿੰਡ ਨੇ ਇਹ 1 ਘੰਟਾ 2 ਘੰਟਾ ਟਰੱਕ ਦੇ ਆਦਮੀ ਆਪਣਾ ਆ ਸਕਦੇ ਸਨ ਸੋਲਜਰਸ ਅਮਨ ਕਾਇਮ ਕਰਨ ਲਈ। ਉਹ ਪੂਰਾ ਹਫ਼ਤਾ ਨਹੀਂ ਕਿਸੇ ਨੇ ਭੇਜੇ ਕਿ ਇਹ ਪਹਿਲੇ ਹੋ ਜਾਏ ਕਤਲੇਆਮ। ਤੇ ਉਹਨਾਂ 'ਚੋਂ ਫਿਰ ਸਵੇਰ ਜਿਹੜੀ ਫੌਜ ਆਈ ਉਹ ਡੋਗਰਾ ਫੌਜ ਸੀ। ਉਹਨਾਂ ਨੇ ਕਿਹਾ ਵੀ ਕੋਈ ਹੈ, ਤੇ ਜਿਹੜੇ 3-4 ਆਪਣਾ ਹਲੇ ਜ਼ਿੰਦਾ ਸਨ ਉਹ ਖੜੇ ਹੋ ਗਏ ਕਿ ਜੀ ਅਸੀਂ। ਉਹਨਾਂ ਨੂੰ ਉਹ ਫਿਰ ਚੋਟਾਂ ਲੱਗੀਆਂ ਸਨ। ਉਹ ਚਕਲਾਲਾ ਹੈਗਾ ਜਿੱਥੇ ਰਾਵਲਪਿੰਡੀ ਦਾ 에ਅਰਪੋਰਟ ਹੈ ਔਰ ਆਰਮੀ ਦੀ ਬੇਸ ਵੀ ਹੈ, ਉੱਥੇ ਹਸਪਤਾਲ ਵਿੱਚ ਉਹਨਾਂ ਨੂੰ ਲੈ ਗਏ।
ਹਲੇ ਹਿੰਦੁਸਤਾਨ ਦੇ ਹਕੂਮਤ ਅੰਗਰੇਜ਼ ਦੀ ਸੀ, ਮਾਰਚ ਦੀ ਗੱਲ ਕਰ ਰਹੇ ਹਾਂ 47 ਦੀ। ਫਿਰ 40 ਦਿਨ ਦੇ ਬਾਅਦ ਮਹਿਲ ਸਰਦਾਰਾਂ ਦੇ ਵਿੱਚ ਭੋਗ ਦੀ ਸਰਮਨੀ ਹੁੰਦੀ ਹੈ, ਜਦੋਂ ਤੁਸੀਂ ਆਪਣੇ ਵੱਡਿਆਂ ਦਾ ਜਿਹੜਾ ਹੈ ਆਖਰੀ ਸਰਮਨੀ ਕਰਨਾ ਚਾਹੁੰਦੇ ਹੋ, ਤੇ ਉਹਨਾਂ ਨੂੰ ਲਿਆਇਆ ਗਿਆ। ਤੇ ਉਹ ਕਹਿੰਦੇ ਨੇ, ਇਹ ਸਾਰੀ ਸਟੋਰੀ ਮੈਨੂੰ ਕਿਹਨੇ ਸੁਣਾਈ? ਰਣਜੀਤ ਸਿੰਘ ਭਸੀਨ ਹੈਗੇ ਸਨ, ਜਿਹੜੇ ਉਹ 13-14 ਸਾਲ ਦੇ ਬੱਚੇ, ਜਿਹੜੇ ਹੁਣ ਮੈਂ ਕਪੂਰਥਲਾ ਇੱਕ ਕੰਟਰੈਕਟ ਦੀ ਵਜ੍ਹਾ ਨਾਲ ਮੈਂ ਲੱਭਿਆ ਸੀ ਉਹਨਾਂ ਨੂੰ, ਤੇ ਇਹ ਉਹਨਾਂ ਨੇ ਮੈਨੂੰ ਸੁਣਾਈ ਕਿ ਮੇਰੇ ਸਾਹਮਣੇ ਮੇਰੇ ਆਪਣਾ ਪਿਤਾ ਜੀ ਨੂੰ ਮਾਰਿਆ ਗਿਆ, ਮੇਰੀ ਮਾਤਾ ਨੂੰ ਮਾਰਿਆ ਗਿਆ, ਮੇਰੀ ਭਾਬੀ ਨੇ ਛਾਲ ਮਾਰਤੀ, ਇਹ ਸਾਰਾ ਕੁਝ ਉਹਨਾਂ ਨੇ ਦੱਸਿਆ। ਲੇਕਿਨ ਉਹ ਕਾਮ ਰਹੇ, ਉਹ ਬਾਰਡਰ ਪੁਲਿਸ ਵਿੱਚ ਫੋਰਸ ਵਿੱਚ ਕੰਮ ਵੀ ਕਰਦੇ ਰਹੇ ਬਾਅਦ ਵਿੱਚ। ਲੇਕਿਨ ਉਹਨੇ ਕਿਹਾ ਕਿ ਜਦੋਂ ਇਹ ਅਸੀਂ ਕਰ ਲਿਆ ਤੇ ਫੌਜ ਨੇ ਕਿਹਾ ਵੀ ਚਲੋ ਹੁਣ ਤੁਸੀਂ ਟਰੱਕਾਂ 'ਚ ਆਪਣੇ ਬੈਠੋ ਤੇ ਤੁਹਾਨੂੰ ਵਾਪਸ ਲੈ ਜਾਈਏ। ਕਹਿੰਦੇ ਨੇ ਜਦੋਂ ਅਸੀਂ ਟਰੱਕ 'ਚ ਬੈਠ ਰਹੇ ਸਾਂ ਤੇ ਜਿਹੜੇ ਸਾਡੇ ਸਨ ਨਾ ਮੱਝਾਂ ਗਾਵਾਂ, ਉਹ ਜਦੋਂ ਇਹ ਹਮਲਾ ਹੋਇਆ ਸੀ ਉਹ ਖੇਤਾਂ ਖੂਤਾਂ 'ਚ ਚਲੇ ਗਈਆਂ ਸਨ, ਉਹਨਾਂ ਨੇ ਪਛਾਣ ਲਿਆ ਸਾਨੂੰ। ਤੇ ਜਦੋਂ ਟਰੱਕ ਸ਼ੁਰੂ ਹੋਇਆ ਤੇ ਮੱਝਾਂ ਗਾਵਾਂ ਸਾਡੇ ਪਿੱਛੇ ਭੱਜਦੀਆਂ ਰਹੀਆਂ ਨੇ, ਯਾਨੀ ਉਹ ਪਛਾਣ ਲਿਆ ਕਿ ਇਹ ਸਾਡੇ ਮਾਲਕ ਨੇ। ਉਸ ਦੇ ਉੱਤੇ ਫਿਰ ਰਣਜੀਤ ਸਿੰਘ ਭਸੀਨ ਸਾਹਿਬ, ਜਿਨ੍ਹਾਂ ਨੇ ਦੱਸਿਆ ਮੇਰਾ ਜਵਾਨ ਪੁੱਤਰ ਵੀ ਮਰ ਗਿਆ ਪਿਛਲੇ ਦਿਨਾਂ ਵਿੱਚ, ਹੀ ਵਾਸ ਕਾਮ, ਜਿਹੜਾ ਸਾਡਾ ਹੁੰਦਾ ਨਾ ਕਿ ਦੁੱਖ ਸੰਭਾਲਣਾ ਹੈ। ਲੇਕਿਨ ਉਹ ਜਾਨਵਰਾਂ ਦੀ ਯਾਦ ਕਿ ਟਰੱਕ ਜਾਂਦਾ ਹੈ ਔਰ ਪਿੱਛੇ ਮੱਝਾਂ ਤੇ ਗਾਵਾਂ ਉਹਨਾਂ ਦੇ ਪਿੱਛੇ ਭੱਜ ਰਹੀਆਂ ਨੇ, ਉਹ ਫਿਰ ਇਸ ਤਰ੍ਹਾਂ ਬੱਚਿਆਂ ਵਾਕਰਾਂ ਰੋਏ। ਉਹਨਾਂ ਦਾ ਸਾਰਾ ਦੁੱਖ ਜਿਹੜਾ ਹੈ ਉੱਥੇ ਆ ਕੇ। ਤੁਸੀਂ ਆਪਦੇ ਆਪ ਨੂੰ ਕਿਵੇਂ ਕੰਟਰੋਲ ਕੀਤਾ? ਹਾਂਜੀ, ਤੁਸੀਂ ਆਪਦੇ ਆਪ ਨੂੰ ਕਿਵੇਂ ਕੰਟਰੋਲ ਕੀਤਾ? ਦੇਖੋ ਉਹਦੇ 'ਚ ਫਿਰ ਹੈ, ਜੇ ਤੁਸੀਂ ਖੁਦ ਪਬਲਿਕਲੀ ਰੋਣਾ ਸ਼ੁਰੂ ਕਰ ਦਿਓ ਤੇ ਜਿਹੜਾ ਅੱਗੋਂ ਤੁਹਾਨੂੰ ਸਟੋਰੀ ਦੱਸ ਰਿਹਾ ਉਹ ਚੁੱਪ ਹੋ ਜਾਂਦਾ ਹੈ। ਤੇ ਤੁਹਾਡੇ ਕੋਲ ਹੋਣੇ ਚਾਹੀਦੇ ਨੇ ਨਰਵਸ ਆਫ ਸਟੀਲ, ਕਿ ਇਹ ਮੈਂ ਆਪਣੇ ਦਿਲ ਦੇ ਵਿੱਚ ਤੇ ਦੁੱਖ ਫੀਲ ਕਰ ਰਿਹਾ, ਲੇਕਿਨ ਜੇ ਮੈਂ ਇਹਦੇ ਸ਼ਾਮਲ ਹੋ ਗਿਆ ਤੇ ਜਿਹੜਾ ਮੈਨੂੰ ਨੈਰੇਟਿਵ ਹੈ ਉਹ ਇਹ ਨਾ ਸੋਚੇ ਕਿ ਯਾਰ ਮੈਂ ਮਜ਼ੀਦ ਇਹਨੂੰ ਦੱਸਾਂ ਹੀ ਨਾ। ਨਹੀਂ, ਕੱਲੇ ਕਦੇ ਤੁਸੀਂ ਇਸ ਗੱਲ ਨੂੰ ਲੈ ਕੇ ਇਮੋਸ਼ਨਲ ਹੁੰਦੇ? ਉਹ ਬਹੁਤ ਇਮੋਸ਼ਨਲ ਹੋਇਆ। ਮੇਰਾ ਤੇ ਇਹ ਵੀ ਕਿ ਅੱਜ ਮੈਂ ਜਿਹੜੀ ਮਿਸ਼ਨ ਤੇ ਆਇਆ, ਇਹ ਉਹੀ ਦੁੱਖ ਦਰਦ ਨੂੰ ਲੈ ਕੇ ਔਰ ਉਹਦਾ ਲੋਕਾਂ 'ਚ ਦੱਸਣਾ ਕਿ ਯਾਰ ਇੰਨਾ ਜ਼ੁਲਮ ਹੋ ਗਿਆ ਸੀ ਤੇ ਮੈਂ ਤੇ ਅੱਜ ਤੱਕ ਰਿਕਵਰੀ ਨਹੀਂ ਕੀਤਾ ਉਸ ਤੋਂ। ਇਹੋ ਜਿਹਾ ਇਹ ਐਗਜ਼ਾਮਪਲ ਤੁਹਾਨੂੰ ਦਿੱਤਾ ਹੈ। ਇਸ ਤਰ੍ਹਾਂ ਮੈਂ ਤੁਹਾਨੂੰ ਮੁਸਲਮਾਨਾਂ ਦਾ ਵੀ ਐਗਜ਼ਾਮਪਲ ਦੇ ਦੇ ਸਾਂ। ਇੱਕ ਮਲਿਕ ਅਸਲਮ ਮੈਨੂੰ ਮਿਲੇ, ਉਹ ਪਾਕਿਸਤਾਨ ਪੰਜਾਬ ਸਿਵਲ ਸੈਕਟਰੀਏਟ ਵਿੱਚ ਸ਼ਾਇਦ ਕਲਰਕ ਸਨ ਜਾਂ ਕੁਛ। ਮੈਂ ਕਿਹਾ ਜੀ ਤੁਸੀਂ ਆਪਣੀ ਦੱਸੋ ਸਟੋਰੀ। ਉਹ ਫਿਰੋਜ਼ਪੁਰ ਤੋਂ ਆ ਰਹੇ ਸਨ, ਉਹਨਾਂ ਦੇ ਵਾਲਿਦ ਸਾਹਿਬ ਡਾਇਬੈਟਿਕ ਸਨ ਔਰ ਦਵਾਈ ਕੋਈ ਨਹੀਂ ਸੀ ਤੇ ਉਹਨਾਂ ਨੂੰ ਛੱਡ ਕੇ ਆਉਣਾ ਪਿਆ। ਇਹ ਤੇ ਇਹਨਾਂ ਦੀ ਵਾਲਦਾ ਤੇ 3 ਭੈਣਾਂ ਆ ਰਹੀਆਂ ਸਨ। ਹਮਲਾ ਹੋਇਆ ਤੇ ਇਹਨਾਂ ਨੂੰ ਵੀ ਚੋਟ ਲੱਗ ਗਈ। ਤੇ ਜਦੋਂ ਅੱਖ ਖੁੱਲੀ ਤੇ ਦੇਖਿਆ ਭੈਣਾਂ ਔਰ ਮਾਵਾਂ ਦੀ ਲਾਸ਼ਾਂ ਪਈਆਂ ਨੇ, ਬਹੁਤ ਲੋਕ ਮਾਰੇ ਗਏ ਸਨ। ਇਹ ਕਿਸੇ ਤਰੀਕੇ ਨਾਲ ਪਾਕਿਸਤਾਨ ਆ ਗਏ। ਤੇ ਹੁਣ ਜਦੋਂ ਮੈਂ ਮਿਲਿਆ, ਮੈਂ ਕਿਹਾ ਇਹ ਦੱਸੋ ਤੁਸੀਂ ਹੁਣ ਪਾਰਟੀਸ਼ਨ ਦੇ ਮੁਤਲਕ ਕੀ ਸੋਚਦੇ ਹੋ? ਉਹਨੇ ਕਿਹਾ ਯਾਰ ਮੇਰੀ ਤੇ ਮੌਤ ਉਸੇ ਦਿਨ ਹੋ ਗਈ ਸੀ, ਮੈਂ ਤੇ ਇੱਕ ਜ਼ਿੰਦਾ ਲਾਸ਼ ਹਾਂ ਤੇਰੇ ਸਾਹਮਣੇ। ਤੇ ਇਹ ਲੋਕਾਂ ਦਾ ਜਿਹੜਾ ਹੈ ਨਾ ਉਹ ਟਰਾਮਾ, ਬਹੁਤ ਦਰਦ ਹੈ, ਬਹੁਤ ਦਰਦ। ਅੱਜ ਵੀ ਸਦਮੇ 'ਚ ਲੋਕ। ਫਰਕ ਇੰਨਾ ਹੈ ਕਿ ਇੱਥੇ ਅਸੀਂ ਪਾਰਟੀਸ਼ਨ ਦਾ ਸਿਆਪਾ ਦੁੱਖ ਜਿਹੜਾ ਹੈ ਉਹਦਾ ਓਪਨ ਡਿਸਕਸ਼ਨ ਕਰਨੇ ਆ। ਪਾਕਿਸਤਾਨ ਵਿੱਚ ਉਹ ਓਪਨਲੀ ਨਹੀਂ ਗੱਲ ਕਰ ਸਕਦੇ, ਕਿਉਂਕਿ ਉੱਥੇ ਕਿਹਾ ਗਿਆ ਕਿ ਜੇ ਪਾਰਟੀਸ਼ਨ ਨਾ ਹੁੰਦੀ ਤੇ ਮੁਸਲਮਾਨ ਹਮੇਸ਼ਾ ਲਈ ਹਿੰਦੂਆਂ ਔਰ ਸਿੱਖਾਂ ਦੇ ਕੰਟਰੋਲ ਵਿੱਚ ਰਹਿੰਦੇ, ਸਾਡੀ ਆਜ਼ਾਦੀ ਨਾ ਹੁੰਦੀ। ਲੇਕਿਨ ਜਦੋਂ ਤੁਸੀਂ ਕਿਸੇ ਨਾਲ ਇੱਕ ਦਫਾ ਗੁਫ਼ਤਗੂ ਸ਼ੁਰੂ ਕਰਦੇ ਹੋ, ਉਹ ਫਿਰ ਹਰ ਉਹੀ ਗੱਲ ਦੱਸਦੇ ਜਿਹੜੀ ਮੈਂ ਇੱਧਰ ਸੁਣਦਾ ਰਿਹਾ। ਚਲੋ ਆਪਣੀ ਗੁਫ਼ਤਗੂ ਜਾਰੀ ਰਹੂਗੀ। ਇੱਕ ਛੋਟਾ ਜਿਹਾ ਵਕਫੇ ਤੋਂ ਬਾਅਦ ਵਾਪਸ ਆਵਾਂਗੇ। ਡਾਕਟਰ ਇਸ਼ਤਿਆਕ ਅਹਿਮਦ ਸਾਡੇ ਨਾਲ ਨੇ, ਇਹਨਾਂ ਤੋਂ ਬਹੁਤ ਕੁਝ ਸਮਝਣ ਦੀ ਕੋਸ਼ਿਸ਼ ਕਰਾਂਗੇ। 9 ਕਿਤਾਬਾਂ ਇਹਨਾਂ ਨੇ ਲਿਖੀਆਂ। ਸਟਾਕਹੋਮ ਯੂਨੀਵਰਸਿਟੀ ਦੇ ਵਿੱਚ ਇਹਨਾਂ ਨੇ ਪੜ੍ਹਾਇਆ ਬੜੇ ਸਾਲ, ਹੁਣ ਵੀ ਉਹਦੇ ਨਾਲ ਜੁੜੇ ਹੋਏ ਆ। 50 ਸਾਲਾਂ ਤੋਂ ਸਵੀਡਨ ਰਹਿ ਰਹੇ ਆ। ਪਾਕਿਸਤਾਨ ਕਿਉਂ ਛੱਡਣਾ ਪਿਆ ਤੇ ਲਾਹੌਰ ਵਿੱਚ ਜਨਮ ਹੋਇਆ, ਅੱਜ ਵੀ ਬਹੁਤ ਯਾਦਾਂ ਸਮੋਈ ਬੈਠੇ ਆ। ਤੇ ਉਦੋਂ ਜਨਮ ਹੋਇਆ ਜਦੋਂ ਦੋਨੋਂ ਮੁਲਕ ਆ ਜਿਹੜੇ ਆਜ਼ਾਦ ਹੋਏ ਆ, 24 ਫਰਵਰੀ 1947 ਨੂੰ। ਤੇ ਅੱਜ ਤੱਕ ਉਸ ਵਰੇ ਦੀਆਂ ਜੋ ਦਰਦ ਨੇ, ਸਾਂਝਾਂ ਨੇ, ਯਾਦਾਂ ਨੇ, ਉਹ ਇਕੱਠੀਆਂ ਕਰਨ 'ਚ ਲੱਗੇ ਹੋਏ ਆ। ਤੇ ਇਹ ਉਹ ਖੋਜੀ ਕਾਫਰ ਹੈ ਜਿਹੜੇ ਆਪ ਗਰਾਊਂਡ ਤੇ ਗਏ ਆ ਤੇ ਗੱਲਾਂ ਬਾਤਾਂ ਕੀਤੀਆਂ ਤੇ ਉਹ ਜਾਣਕਾਰੀਆਂ ਇਕੱਠੀਆਂ ਕੀਤੀਆਂ। ਉਹਦੇ ਬਾਬਤ ਅਸੀਂ ਗੱਲਬਾਤ ਕਰ ਰਹੇ ਹਾਂ। ਵਾਪਸ ਆ ਰਹੇ ਹਾਂ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ।
ਡਾਕਟਰ ਸਾਹਿਬ, ਤੁਸੀਂ ਇਹ ਸੋਚਦੇ ਹੋ ਕਿ ਇਸ ਤੋਂ ਪਹਿਲਾਂ ਕੰਮ ਹੀ ਨਹੀਂ ਹੋਇਆ, ਇਸ ਬਾਬਤ ਲਿਖਿਆ ਨਹੀਂ ਗਿਆ, ਤੁਹਾਨੂੰ ਕਿਉਂ ਕਰਨਾ ਪਿਆ? ਇਸ ਤਰ੍ਹਾਂ ਹੈ ਕਿ ਇਸ ਤੋਂ ਪਹਿਲੇ ਕੰਮ ਜਿਹੜਾ ਹੋਇਆ ਉਹ ਯੂਕੇ 'ਚ ਹੋ ਰਿਹਾ ਸੀ। ਉੱਥੇ ਕਿ ਉਹ ਕਰਦੇ ਸਨ, ਬ੍ਰਿਟਿਸ਼ ਲਾਇਬ੍ਰੇਰੀ ਦੇ ਵਿੱਚੋਂ ਜਿਹੜੀਆਂ ਰਿਪੋਰਟਸ ਸਨ ਨਾ, ਹਰ 2 ਹਫ਼ਤੇ ਬਾਅਦ ਪੰਜਾਬ ਦਾ ਗਵਰਨਰ ਰਿਪੋਰਟ ਲਿਖਦਾ ਸੀ ਕਿ ਕੀ ਹੋ ਰਿਹਾ ਪੰਜਾਬ ਵਿੱਚ, ਤੇ ਪੂਰਾ 47 ਦੇ ਹਰ 2 ਹਫ਼ਤੇ ਬਾਅਦ ਉਹ ਦੱਸ ਰਹੇ ਨੇ ਕਿ ਇਹ ਹੋ ਰਿਹਾ। ਇੱਕ ਉਸ ਕਿਸਮ ਦਾ ਕੰਮ ਹੋਇਆ। ਇੱਕ ਹੋਰ ਵੀ ਰਿਪੋਰਟਸ ਨੇ ਚੀਫ ਸੈਕਟਰੀ ਆਫ ਪੰਜਾਬ, ਯੂਨਾਈਟਿਡ ਪੰਜਾਬ ਦੇ। ਇਹ 2 ਸੋਰਸਿਸ ਦੇ ਨਾਲ ਜ਼ਿਆਦਾਤਰ ਉੱਥੇ ਕੰਮ ਹੋਇਆ। ਮਗਰ ਕਿਆ ਲੋਕਾਂ ਨੂੰ ਜਾ ਕੇ ਪੁੱਛਿਆ ਜਾਏ ਕਿ ਉਹਨਾਂ ਨਾਲ ਕੀ ਹੋਇਆ? ਜਿਹੜੀ ਉਹਨਾਂ ਦੀ ਟ੍ਰੇਡਿੰਗ ਹੈ ਹਿਸਟੋਰੀਅਨ, ਉਹ ਸਿਰਫ ਆਰਕਾਈਵ ਦੇ ਵਿੱਚ ਜਿਹੜਾ ਕੰਮ ਹੁੰਦਾ ਨਾ, ਡਾਕੂਮੈਂਟਸ, ਉਹ ਉਸ 'ਤੇ ਜ਼ਿਆਦਾ ਕਰਦੇ ਨੇ, ਕਿਉਂਕਿ ਉਹ ਸਮਝਦੇ ਨੇ ਔਰਲ ਹਿਸਟਰੀ ਜਿਹੜੀ ਹੈ, ਮੇਰਾ ਬਿਆਨੀਆ ਜਿਹੜਾ ਹੈ, ਉਹ ਕੌਣ ਚੈੱਕ ਕਰੇ ਕਿ ਇਹ ਸੱਚ ਬੋਲ ਰਿਹਾ ਜਾਂ ਝੂਠ ਹੈ। ਤੇ ਇਸ ਵਾਸਤੇ ਉਹਨਾਂ ਨੇ ਇਸ ਤੋਂ ਵੱਧ ਕੇ ਗੱਲ ਨਹੀਂ ਕੀਤਾ। ਅਲਬੱਤਾ ਹਿੰਦੁਸਤਾਨ ਦੇ ਵਿੱਚ 1997 ਨੇ ਜਦੋਂ 50 ਸਾਲ ਹੋ ਗਏ, ਤੇ ਤੁਹਾਡੀ 3 ਜਿਹੜੀਆਂ ਨੇ ਫੈਮਿਨਿਸਟ ਰਾਈਟਰਸ, ਉਰਵਸ਼ੀ ਬਟਾਲੀਆ, ਰੀਤੂ ਮੈਨਨ ਔਰ ਕਮਲਾ ਭਸੀਨ, ਇਹਨਾਂ ਨੇ ਜਿਹੜੀ ਔਰਤਾਂ ਨਾਲ ਹੋਇਆ ਸੀ ਨਾ, ਖਾਸ ਤੌਰ ਤੇ ਰਾਵਲਪਿੰਡੀ ਦੇ ਵਿੱਚ, ਉਹਨਾਂ ਦੇ ਇੰਟਰਵਿਊ ਕੀਤੇ। ਉਹ ਦਿੱਲੀ ਦੇ ਕਿਸੇ ਇੱਕ ਘਰ ਸੀ ਜਿਹਦੇ 'ਚ ਉਹ ਰਹਿੰਦੀਆਂ ਸਨ, ਉਹਨਾਂ ਦੀ ਸ਼ਾਦੀਆਂ ਵੀ ਨਹੀਂ ਹੋਈਆਂ, ਕਿਉਂਕਿ ਜਦੋਂ ਵਾਪਸ ਆਈਆਂ ਤੇ ਆਪਣੇ ਖਾਨਦਾਨ ਨੇ ਉਹਨਾਂ ਨੂੰ ਐਕਸੈਪਟ ਨਹੀਂ ਕੀਤਾ ਕਿ ਇਹ ਦੁਸ਼ਮਣ ਦੇ ਹੱਥ 'ਚ ਰਹੀਆਂ ਨੇ, ਤੇ ਕਈਆਂ ਦੀ ਜ਼ਿੰਦਗੀ ਬਸ ਉੱਥੇ ਗੁਜ਼ਰ ਗਈ ਉਸੇ ਘਰ 'ਚ। ਮੈਂ ਔਰਤਾਂ ਤੇ ਬੱਚਿਆਂ ਬਾਰੇ ਪਹਿਲਾਂ ਤੁਹਾਡੇ ਤੋਂ ਜਾਨਣਾ ਚਾਹੁੰਦਾ। ਹੁਣ ਤੁਸੀਂ ਔਰਤਾਂ ਦੀ ਗੱਲ ਛੇੜੀ ਹੈ ਜੀ, ਤੁਹਾਨੂੰ ਇਹ ਇਲਮ ਹੈ ਜਾਂ ਇਸ ਬਾਰੇ ਜਾਣਕਾਰੀ ਮਿਲੀ ਤੁਹਾਨੂੰ ਕਿ ਅੰਮ੍ਰਿਤਸਰ ਦੇ ਵਿੱਚ ਉਹਨਾਂ ਵੇਲਿਆਂ ਦੇ ਵਿੱਚ ਮੁਸਲਮਾਨ ਔਰਤਾਂ ਨੂੰ ਨਿਰਵਸਰ ਕਰਕੇ ਬਾਜ਼ਾਰ 'ਚ ਘੁਮਾਇਆ ਗਿਆ ਸੀ? ਉਹ ਮੇਰੀ ਕਿਤਾਬ ਵਿੱਚ ਹੈ ਪੂਰੀ ਸਟੋਰੀ, ਔਰ ਜਿਨ੍ਹਾਂ ਨੇ ਦੇਖਿਆ ਉਹ ਅੱਜ ਹੈ ਨਹੀਂ। ਰਿਪੂ ਦਾਮਨ ਸਿੰਘ ਜਿਹੜੇ ਉਹਨਾਂ ਮੈਂ ਮਿਲਿਆ ਸਾਂ ਉਹਨਾਂ ਨੂੰ ਜਾ ਕੇ 2003 'ਚ, ਉਹਨਾਂ ਦਾ ਪੂਰਾ ਇੰਟਰਵਿਊ ਹੈ। ਉਹ ਕਹਿੰਦੇ ਨੇ ਕਿ ਜਦੋਂ ਮੈਂ ਇਹ ਦੇਖਿਆ ਤੇ ਮੈਂ ਮਜ਼ਹਬ ਜਿਹੜਾ ਹੈ ਨਾ ਉਹਦੇ ਜਨੂਨ ਤੋਂ ਆਜ਼ਾਦ ਹੋ ਕੇ ਕਮਿਊਨਿਸਟ ਪਾਰਟੀ ਆਫ ਇੰਡੀਆ ਦਾ ਮੈਂਬਰ ਬਣ ਗਿਆ, ਇਹ ਰਿਐਕਸ਼ਨ ਦੇ ਵਿੱਚ। ਕਿਉਂਕਿ ਲੋਕਾਂ ਨੇ ਜਿਹਨਾਂ ਨੇ ਦੇਖਿਆ, ਮੈਂ ਤੇ ਉਹਨਾਂ ਦਾ ਫਰਸਟ ਪਰਸਨ ਅਕਾਊਂਟ ਦੱਸਿਆ। ਜਿਹੜੀ ਮੈਂ ਗੱਲ ਦੱਸਣਾ ਚਾਹੁੰਦਾ ਸਾਂ ਕਿ ਇਹਨਾਂ ਨੇ ਇੱਕ ਸ਼ੁਰੂ ਕੀਤਾ ਔਰਲ ਹਿਸਟਰੀ ਨੂੰ। ਫਿਰ ਮੇਰਾ ਕੰਮ ਇਸ ਤਰ੍ਹਾਂ ਹੈ ਕਿ ਮੈਂ ਕੋਈ ਇੱਕ ਛੋਟਾ ਸਕੇਲ ਤੇ ਨਹੀਂ ਗੱਲ ਕੀਤੀ ਕਿ ਔਰਤਾਂ ਨਾਲ, ਔਰ ਉਹ ਵੀ ਇੱਕ ਖਾਸ ਇਲਾਕੇ ਦੀਆਂ, ਰਾਵਲਪਿੰਡੀ ਦੇ ਕੀ ਹੋਇਆ। ਮੈਂ ਸਵੀਡਿਸ਼ ਰਿਸਰਚ ਅਕੈਡਮੀ ਵੱਲੋਂ ਗ੍ਰਾਂਟ ਲਈ, ਔਰ ਮੈਂ 3 ਸਾਲ ਦੋਨੋਂ ਪਾਸੇ ਦੇ ਪੰਜਾਬ ਵਿੱਚ ਜਾ ਕੇ ਤੇ ਕੰਮ ਕਰਦਾ ਰਿਹਾ। ਇਧਰੋਂ ਮੇਰੀ ਮਦਦ ਕੀਤੀ ਪ੍ਰੋਫੈਸਰ ਭੁਪਿੰਦਰ ਬਰਾੜ ਹੋਰਾਂ ਨੇ, ਜਿਹੜੇ ਪੋਲੀਟੀਕਲ ਸਾਇੰਸ ਦੇ ਪ੍ਰੋਫੈਸਰ ਸਨ ਔਰ ਮੇਰੇ ਦੋਸਤ ਸਨ। ਉਹਨਾਂ ਦਾ ਇੱਕ ਸਟੂਡੈਂਟ ਮੇਰਾ ਅਸਿਸਟੈਂਟ ਬਣਿਆ, ਤੇ ਫਿਰ ਅਸੀਂ, ਮੇਰੇ ਆਉਣ ਤੋਂ ਪਹਿਲੇ ਜਿਹੜਾ ਮੇਰਾ ਅਸਿਸਟੈਂਟ ਸੀ, ਉਹ ਪਿੰਡਾਂ 'ਚ ਜਾ ਕੇ ਤੇ ਸਾਰੇ ਪਤਾ ਕਰ ਲੈਂਦਾ ਸੀ ਕਿੱਥੇ ਕਿੱਥੇ ਜਾ ਕੇ ਇੰਟਰਵਿਊ ਕਰਨੇ ਨੇ। ਇਸੇ ਤਰ੍ਹਾਂ ਸਾਡੇ ਵਾਲੇ ਪਾਸੇ ਅਹਿਮਦ ਸਲੀਮ ਨੂੰ ਮੈਂ ਅਸਿਸਟੈਂਟ ਕੀਤਾ, ਉੱਥੇ ਵੀ ਮੈਂ ਇੱਕ ਲੋਰੀ ਰੈਂਟ ਕੀਤੀ, ਤੇ ਫਿਰ ਕੇ ਪੂਰੇ ਆਪਣਾ ਪੰਜਾਬ ਵਿੱਚ, ਸ਼ਹਿਰਾਂ ਦੇ ਵਿੱਚ ਪੂਰੇ 11 ਸਾਲ ਲੱਗੇ ਮੈਨੂੰ। ਗ੍ਰਾਂਟ ਮੈਨੂੰ 3 ਸਾਲ ਦੀ ਮਿਲੀ ਸੀ। ਮੈਂ ਕਿਹਾ ਯਾਰ ਇਹ ਇੱਕ ਇਲਾਕੇ ਦੀ ਨਹੀਂ, ਪੂਰੇ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਹੋਇਆ, ਕਿੰਨੇ ਕੀ ਕੀਤਾ ਪਹਿਲੇ, ਉਹਦੇ ਬਾਅਦ ਕੀ ਹੋਇਆ, ਰਿਐਕਸ਼ਨ ਕੀ ਹੋਇਆ, ਮਈ 'ਚ ਕੀ ਹੋ ਰਿਹਾ ਸੀ, ਜੂਨ 'ਚ ਕੀ ਹੋ ਰਿਹਾ ਸੀ, ਉਹ ਪੂਰਾ ਮੈਂ ਉਸ ਜ਼ਮਾਨੇ ਦੇ ਅਖਬਾਰ ਟ੍ਰਿਬਿਊਨ ਔਰ ਪਾਕਿਸਤਾਨ ਟਾਈਮਸ ਦੇ ਤੋਂ ਲਿਆ, ਜਿਹੜੇ ਲਾਹੌਰ ਤੋਂ ਛਪਦੇ ਸਨ। ਬ੍ਰਿਟਿਸ਼ ਰੈਕੋਰਡਸ, ਗਵਰਨਰ ਦੀ ਰਿਪੋਰਟ ਸਾਰੀਆਂ ਮੈਂ ਉਹਦੇ 'ਚ ਲਿੱਤੀਆਂ, ਔਰ ਟ੍ਰਾਂਸਫਰ ਆਫ ਪਾਵਰ ਜਿਹੜੇ 12 ਵੋਲੀਅਮ ਨੇ, ਉਹ ਹਨ ਡਾਕੂਮੈਂਟਸ। ਲੇਕਿਨ ਇਹ ਸਾਰੀ ਕਹਾਣੀ 14-15 ਅਗਸਤ ਦੀ ਰਾਤ ਨੂੰ ਖਤਮ ਹੋ ਜਾਂਦੀ ਹੈ, ਕਿਉਂਕਿ ਉਹਦੇ ਬਾਅਦ ਪਾਵਰ ਟ੍ਰਾਂਸਫਰ ਹੋ ਗਈ ਪਾਕਿਸਤਾਨੀ ਪੰਜਾਬ ਨੂੰ ਤੇ ਇੰਡੀਅਨ ਪੰਜਾਬ ਨੂੰ। ਉਹਦੇ ਬਾਅਦ ਉੱਥੋਂ ਦੇ ਜਿਹੜੇ ਗਵਰਨਰ ਬਣੇ, ਕਿਆ ਉਹਨਾਂ ਨੇ ਪਾਰਟੀਸ਼ਨ ਤੇ ਕੁਝ ਲਿਖਿਆ ਹੈ ਦੋਨੋਂ ਪਾਸੇ ਜਾਂ ਨਹੀਂ, ਉਹ ਅਜੇ ਤੱਕ ਕਲਾਸੀਫਾਈਡ ਹੈ। ਨਹੀਂ, ਮੈਂ ਸਰ ਇੱਕ ਚੀਜ਼ ਹੋਰ ਸਮਝਣਾ ਚਾਹੁੰਦਾ, ਜਿਨ੍ਹਾਂ ਲੋਕਾਂ ਨਾਲ ਤੁਸੀਂ ਗੱਲਬਾਤ ਕੀਤੀ ਉਹਨਾਂ ਕੋਲੇ ਬਹੁਤ ਦਰਦ ਹੈ, ਕੋਈ ਸ਼ੱਕ ਨਹੀਂ ਸਾਨੂੰ ਜੀ 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 ਜੀ, ਕਿਉਂਕਿ ਸਾਨੂੰ ਗਰਾਊਂਡ ਰਿਐਲਿਟੀ ਪਤਾ ਹੋਣੀ ਚਾਹੀਦੀ ਜੀ। ਪਰ ਉਹਨਾਂ ਸਾਰਿਆਂ ਦੀ ਗੱਲਾਂ ਬਾਤਾਂ ਤੇ ਉਹਨਾਂ ਦੀ ਜੋ ਉਹਨਾਂ ਨੇ ਗੁਫ਼ਤਗੂ ਤੁਹਾਡੇ ਨਾਲ ਕੀਤੀ, ਉਹਦੇ ਸਾਰੇ ਤੇ ਹੀ ਯਕੀਨ ਕਿਵੇਂ ਕਰ ਲਈਏ? ਹਾਂ, ਇਹ ਬੜਾ ਇੰਟਰਸਟਿੰਗ ਸਵਾਲ ਹੈ।
ਮੇਰਾ ਕਹਿਣਾ ਹੈ ਕਿ ਤੁਸੀਂ ਜਦੋਂ ਬੈਠ ਕੇ ਬਾਡੀ ਲੈਂਗੁਏਜ ਦੇਖਦੇ ਹੋ ਨਾ ਔਰ ਸਵਾਲ ਕਰਦੇ ਹੋ ਤੇ ਜਿਹੜੇ ਇੱਕ ਖਾਸ ਤਿਆਰੀ ਨਾਲ ਆਉਂਦੇ ਨੇ ਉਹ ਫੜੇ ਜਾਂਦੇ ਨੇ, ਯਾਨੀ ਪੋਲੀਟੀਕਲ ਸਕ੍ਰਿਪਟ ਵਾਲੇ ਜਿਨ੍ਹਾਂ ਨੇ ਪਹਿਲੇ ਇੱਕ ਬਿਆਨ ਬਣਾਇਆ ਹੁੰਦਾ ਹੈ, ਉਹ ਗੁਫ਼ਤਗੂ 'ਚ ਤੁਸੀਂ ਉਹਨਾਂ ਨੂੰ ਇਸ ਡਾਇਰੈਕਸ਼ਨ ਵਿੱਚ ਲਿਜਾ ਸਕਦੇ ਹੋ ਕਿ ਉਹਨਾਂ ਕੋਲੋਂ ਸੱਚ ਆਪਣੇ ਆਪ ਹੀ ਆ ਜਾਂਦਾ ਹੈ। ਮਸਲਨ ਸਾਡੇ ਵਾਲੇ ਪਾਸੇ ਉਹ ਇੱਕ ਰਾਈਟਰ ਹੋਏ ਨੇ ਹਮੀਦ, ਉਹ ਟੀਵੀ ਦੇ ਡਰਾਮੇ ਵੀ ਲਿਖਦੇ ਰਹੇ ਨੇ, ਪਿੱਛੋਂ ਅੰਮ੍ਰਿਤਸਰ ਦੇ ਸਨ। ਤੇ ਜਦੋਂ ਮੈਂ ਮਿਲਿਆ ਤੇ ਸਭ ਤੋਂ ਪਹਿਲੇ ਉਹਨਾਂ ਨੇ ਸ਼ੁਰੂ ਕੀਤਾ ਕਿ ਜੀ ਪਾਕਿਸਤਾਨ ਇਸ ਵਾਸਤੇ ਬਣਨਾ ਚਾਹੀਦਾ ਸੀ ਕਿ ਮੁਸਲਮਾਨਾਂ ਨੇ ਹਕੂਮਤ ਕੀਤੀ ਸੀ ਹਿੰਦੂਆਂ ਤੇ ਦੂਸਰਿਆਂ ਤੇ ਜੇ ਆਜ਼ਾਦ ਹੋ ਜਾਂਦਾ ਤੇ ਫਿਰ ਸਾਡੇ ਕੋਲੋਂ ਬਦਲਿਆ ਲਿਆ ਜਾਂਦਾ। ਸਟਾਰਟ ਇੰਜ ਕੀਤਾ। ਫਿਰ ਉਹ ਗੁਫ਼ਤਗੂ ਕਰਦੇ ਕਿ ਯਾਰ ਦੇਖੋ ਪਾਕਿਸਤਾਨ ਵਿੱਚ ਜਦੋਂ ਮੈਂ ਟੀਵੀ ਡਰਾਮਾ ਲਿਖਣਾ ਤੇ ਉਹਦੇ ਸਾਨੂੰ ਪਹਿਲੇ ਤੋਂ ਇਨਸਟਰਕਸ਼ਨ ਹੈ ਕਿ ਜੇ ਕੁੜੀ ਔਰ ਮੁੰਡੇ ਦਾ ਪਿਆਰ ਹੋਏਗਾ ਤੁਸੀਂ ਦਿਖਾਓਗੇ ਡਰਾਮੇ 'ਚ ਆਪਣੇ ਪਲੇ ਦੇ ਵਿੱਚ, ਤੇ ਇਹ ਵੀ ਦਿਖਾਣਾ ਹੈ ਕਿ ਇਹਨਾਂ ਦੀ ਮੰਗਣੀ ਹੋ ਗਈ ਔਰ ਸ਼ਾਦੀ ਹੋਏਗੀ, ਸਿਰਫ ਪਿਆਰ ਤੁਸੀਂ ਨਹੀਂ ਦਿਖਾ ਸਕਦੇ। ਤੇ ਉਹ ਫਿਰ ਇੱਕ ਹੋਰ ਟਰੈਕ ਤੇ ਚਲੇ ਗਏ, ਯਾਰ ਦੇਖੋ ਇੱਥੇ ਆਜ਼ਾਦੀ ਨਹੀਂ ਹੈ, ਇਹ ਨਹੀਂ ਹੈ। ਇੱਕਦਮ ਉਹਨੂੰ ਫਿਰ ਅੰਮ੍ਰਿਤਸਰ ਦੀ ਆਪਣੀ ਦੋਸਤੀਆਂ ਯਾਦ ਆ ਗਈਆਂ ਔਰ ਉਹਨੇ ਕਿਹਾ ਕਿ ਮੈਂ ਪੜ੍ਹ ਰਿਹਾ ਸਾਂ ਜਵਾਹਰ ਲਾਲ ਨਹਿਰੂ ਦੀ ਖਤ ਆਪਣੀ ਬੇਟੀ ਦੇ ਸਾਹਮਣੇ। ਉਹ ਜਦੋਂ ਪੜ੍ਹੇ ਨੇ ਤੇ ਨਹਿਰੂ ਤੇ ਬੜਾ ਐਨਲਾਈਟਨਡ ਆਦਮੀ ਸੀ। ਉੱਥੋਂ ਮੈਂ ਦੇਖਿਆ ਕਿ ਬੰਦਾ ਜਿਹੜਾ ਪੋਲੀਟੀਕਲੀ ਪੁਆਇੰਟ ਦੇਣਾ ਚਾਹੁੰਦਾ ਹੈ ਉਹ ਭੁੱਲ ਹੀ ਗਿਆ ਕਿ ਸ਼ੁਰੂ ਵਿੱਚ ਜੋ ਉਹਨੇ ਕਿਹਾ ਸੀ ਉਹਦੀ ਆਪਣੀ ਜਿਹੜੀ ਬਾਅਦ ਦੀਆਂ ਗੱਲਾਂ ਨੇ ਇਹ ਵੀ ਦੱਸਿਆ ਉਹਨੇ ਕਿ ਸਾਡੇ ਸਿੱਖ ਦੋਸਤ ਹੈਗੇ ਸਨ ਜਿਹੜੇ ਕੁਰਾਨ ਕਿਧਰੀ ਜਲ ਰਹੇ ਸਨ, ਉਹ ਉੱਥੋਂ ਬਚਾ ਕੇ ਸਾਡੇ ਕੋਲ ਦੇਖ ਗਏ ਕਿ ਕੁਰਾਨ ਜਿਹੜਾ ਨਾ ਉਹ ਜਲੇ ਨਾ ਉੱਥੋਂ। ਔਰ ਇਹ ਇੱਕ ਸਟੋਰੀ ਹੈ। ਹਾਂ, ਬਾਕੀ ਲੋਕਾਂ ਦੀ ਗੱਲ ਤੁਸੀਂ ਹੈ ਕਿ ਕੀ ਇੱਕ ਆਮ ਗਰੀਬ ਆਦਮੀ, ਮਿਡਲ ਕਲਾਸ ਦਾ ਆਦਮੀ ਜਦੋਂ ਆਪਣੀ ਸਟੋਰੀ ਦੱਸਦਾ ਤੇ ਉਹਦੇ ਇਮੋਸ਼ਨਸ ਤੁਸੀਂ ਰੀਡ ਕਰ ਸਕਦੇ ਹੋ। ਅਕਸਰ ਪੁਰਾਣੇ ਲੋਕ ਅਨਪੜ੍ਹ ਸਨ, ਉਹ ਜੇ ਕਹਿਣਾ ਕਿ ਹਜ਼ਾਰਾਂ ਮਾਰੇ ਗਏ ਸਨ ਤੇ ਹੋ ਸਕਦਾ 100, ਉਹਨਾਂ ਨੂੰ ਡੇਟਸ ਵੀ ਨਹੀਂ ਪਤਾ ਹੁੰਦੀਆਂ ਤੇ ਉਹ ਅੱਗੇ ਪਿੱਛੇ ਹੋ ਸਕਦਾ, ਉਹ ਮੈਮਰੀ ਫੇਲੀਅਰ ਹੈ, ਉਹ ਝੂਠ ਨਹੀਂ ਹੈ। ਸਿਰਫ ਉਹਨਾਂ ਕੋਲ ਐਗਜ਼ੈਕਟ 60 ਸਾਲ ਬਾਅਦ ਉਹ ਮਹੀਨਾ ਨਹੀਂ ਯਾਦ, ਉਹ ਹਫਤਾ ਨਹੀਂ ਯਾਦ ਔਰ ਗਿਣਨਾ ਵੀ ਨਹੀਂ ਆਉਂਦਾ। ਸ਼ਾਇਦ ਉਹਨਾਂ ਨੂੰ ਨਜ਼ਰ ਆਉਂਦਾ ਹੋਏ ਹਜ਼ਾਰਾਂ ਮਾਰੇ ਗਏ ਨੇ, ਐਕਚੁਅਲ ਕੋਈ 100 ਮਾਰੇ ਗਏ ਸਨ। ਇਹ ਝੂਠ ਨਹੀਂ ਹੈਗਾ। ਦਿਸ ਇਜ਼ ਔਰਲ ਹਿਸਟਰੀ 'ਚ ਤੁਹਾਨੂੰ ਮੰਨਣਾ ਪੈਂਦਾ ਹੈ ਕਿ ਇਹ ਜਿਹੜੀ, ਕਿਉਂਕਿ ਉਹ ਫੈਕਟਸ ਫਿਰ ਮੈਂ ਜਾ ਕੇ ਚੈੱਕ ਵੀ ਤਾਂ ਕੀਤੇ ਨਾ। ਆਦਮਪੁਰ ਤੁਹਾਡੇ ਵਾਲੇ ਪਾਸੇ ਪਟਿਆਲੇ ਦੀ ਸਟੋਰੀ ਮੈਂ ਚੌਧਰੀ ਰੋਸ਼ਨਦੀਨ ਜਿਹੜੇ ਉੱਥੋਂ ਗਏ ਹੋਏ ਸਨ। ਫਿਰ ਅਸੀਂ ਇੱਧਰ ਆਏ, ਆਦਮਪੁਰ ਗਏ ਪਟਿਆਲਾ ਦੇ ਵਿੱਚ, ਪਟਿਆਲਾ ਸਟੇਟ ਵਿੱਚ। ਉੱਥੇ ਜਿਹੜੇ ਹਲੇ ਵੀ ਲੋਕ ਰਹਿੰਦੇ ਸਨ ਉਹਨਾਂ ਦਾ ਇੰਟਰਵਿਊ ਕੀਤਾ, ਉਹ ਸਾਰੇ ਉਹਨਾਂ ਨੂੰ ਜਾਣਦੇ ਸਨ। ਤਾਂ ਤੁਸੀਂ ਪਟਿਆਲਾ ਸਟੇਟ ਬਾਰੇ ਵੀ ਲਿਖਿਆ, ਕਪੂਰਥਲਾ ਸਟੇਟ ਬਾਰੇ ਵੀ ਸਭ ਦਾ ਲਿਖਿਆ ਹੈ। ਇਸ ਤਰ੍ਹਾਂ ਹੀ ਉੱਧਰ ਸਾਡੇ ਵਾਲੇ ਪਾਸੇ ਇਹ ਤੇ ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ ਦੀ ਬਹੁਤ ਗੱਲ ਹੋ ਰਹੀ ਹੈ ਜੀ, ਪਰ ਜੋ ਕੁਝ ਬੰਗਾਲ ਦੇ ਵਿੱਚ ਵਾਪਰਿਆ ਜੀ ਉਸ ਬਾਰੇ ਸਾਡੇ ਕੋਲ ਇਨਫੋਰਮੇਸ਼ਨ ਕਿੰਨੀ ਹੈ? ਇੰਨੀ ਜ਼ਿਆਦਾ ਨਹੀਂ ਹੈ। ਉਹਦੀ ਇੱਕ ਵਜ੍ਹਾ ਹੈ ਕਿ 1857 ਦੇ ਬਾਅਦ ਬੰਗਾਲੀਆਂ ਨੂੰ, ਤੁਹਾਨੂੰ ਪਤਾ ਹੈ ਜਿਹੜਾ ਹੋਈ ਸੀ ਆਪਣਾ ਉਹ ਵਾਰ ਆਫ ਇੰਡੀਪੈਂਡੈਂਸ, ਮੰਗਲ ਪਾਂਡੇ ਔਰ ਇਹ ਸਾਰੇ ਇਹ ਬੰਗਾਲ ਔਰ ਉਹ ਬਿਹਾਰ ਆਰਮੀਜ਼ ਨੇ ਕੀਤੇ ਸਨ। ਤੇ ਅੰਗਰੇਜ਼ਾਂ ਨੇ ਉਹਨਾਂ ਨੂੰ ਕ੍ਰਸ਼ ਕਰਨ ਦੇ ਬਾਅਦ ਕਦੀ ਬੰਗਾਲੀਆਂ ਨੂੰ ਔਰ ਇਹਨਾਂ ਲੋਕਾਂ ਨੂੰ ਫਾਈਟਿੰਗ ਫੋਰਸਿਸ ਨਹੀਂ ਰੱਖਿਆ, ਜਦਕਿ ਪੂਰੀ ਜਿਹੜੀ ਉਹਨਾਂ ਨੇ ਫੌਜ ਬਣਾਈ, ਜਿਹੜੀ ਫਸਟ ਵਰਲਡ ਵਾਰ ਔਰ ਸੈਕੰਡ ਵਰਲਡ ਵਾਰ ਵਿੱਚ ਲੜੀ ਅੰਗਰੇਜ਼ਾਂ ਵਾਸਤੇ ਸਾਰੀ ਦੁਨੀਆ ਜਾ ਕੇ, ਉਹਦਾ ਅੱਧੇ ਤੋਂ ਜ਼ਿਆਦਾ ਜਿਹੜੇ ਸੀ, ਜੇ 2.5 ਮਿਲੀਅਨ ਸਨ ਤੇ ਮਿਲੀਅਨ ਤੋਂ ਜ਼ਿਆਦਾ ਪੰਜਾਬੀ ਉਹਨਾਂ ਵਿੱਚ ਸਨ। ਤੇ ਪੰਜਾਬ ਹੀ ਉਹ ਵਾਹਿਦ ਪ੍ਰੋਵਿੰਸ ਹੈ ਜਿਹਦੇ ਵਿੱਚ ਫੌਜੀ 47 ਦੇ ਬਾਅਦ ਡੀਮੋਬਲਾਈਜ਼ ਹੋ ਕੇ ਘਰ ਆਏ ਸਨ। ਉਹਨਾਂ ਨੂੰ ਹਥਿਆਰ ਇਸਤੇਮਾਲ ਵੀ ਕਰਨੇ ਆਉਂਦੇ ਸਨ, ਹਾਂਜੀ, ਔਰ ਉਹਨਾਂ ਨੂੰ ਲੜਨਾ ਵੀ ਆਉਂਦਾ ਸੀ ਔਰ ਲੋਕਾਂ ਨੂੰ ਮਾਰਨਾ ਵੀ ਆਉਂਦਾ ਸੀ। ਤੇ ਇੱਥੇ ਜਿਹੜਾ ਕਤਲੇਆਮ ਹੋਇਆ ਉਹਦੇ ਵਿੱਚ ਪੁਲਿਸ ਦੀ ਇਨਵੋਲਵਮੈਂਟ, ਇਹ ਸਾਰੀ ਮੇਰੀ ਕਿਤਾਬ ਵਿੱਚ ਹੈ। ਅਸੀਂ ਬੰਗਾਲੀਆਂ ਨੂੰ ਮੰਨਫੀ ਕਰਕੇ ਦੇਖ ਰਹੇ ਹਾਂ? ਨਹੀਂ, ਅਸੀਂ ਕਹਿ ਰਹੇ ਹਾਂ ਕਿ ਬੰਗਾਲੀਆਂ ਦੇ ਵਿੱਚ ਇੱਕ ਹੋਰ ਵੀ ਗੱਲ ਹੈ। ਬੰਗਾਲੀਆਂ ਦਾ ਸ਼ੁਰੂ ਹੋਇਆ ਕਲਕੱਤੇ ਦੇ ਵਿੱਚ 16 ਅਗਸਤ ਨੂੰ, ਕੋਈ 10,000 ਲੋਕ ਮਾਰੇ ਗਏ ਜਦੋਂ ਜਿਨ੍ਹਾਂ ਸਾਹਮਣੇ ਡਾਇਰੈਕਟ ਐਕਸ਼ਨ ਦਿੱਤਾ ਕਾਲ। ਉਹਦੇ ਬਾਅਦ ਨੁਆਖਲੀ ਦੇ ਵਿੱਚ ਹਿੰਦੂਆਂ ਤੇ ਬੜੇ ਹਮਲੇ ਹੋਏ ਤੇ ਮਹਾਤਮਾ ਗਾਂਧੀ ਨੇ ਉੱਥੇ ਜਾ ਕੇ ਫਿਰ ਸੋਹਰਵਰਦੀ ਜਿਹੜੇ ਚੀਫ ਮਿਨਿਸਟਰ ਸਨ
ਬੰਗਾਲ ਦੇ ਮੁਸਲਿਮ ਲੀਗੀ ਉਹਨਾਂ ਨੂੰ ਆਪਣੇ ਨਾਲ ਲਿਆ ਤੇ ਜਾ ਕੇ ਉਹਨਾਂ ਨੇ ਲੋਕਾਂ ਨੂੰ ਕਿਹਾ ਕਿ ਦੋਸਤੀ ਕਰੋ। ਤੇ ਬੰਗਾਲ ਦਾ ਜਿਹੜਾ ਨਾ ਉਹ ਪਹਿਲੇ ਹੋ ਚੁੱਕਿਆ ਸੀ ਐਕਸਪੀਰੀਅੰਸ। 10,000 ਬੰਦੇ 3-4 ਦਿਨਾਂ 'ਚ ਨੋਆਖਾਲੀ 'ਚ ਔਰ ਬਾਕੀ ਇਲਾਕਿਆਂ 'ਚ। ਤੇ 47 'ਚ ਮਹਾਤਮਾ ਗਾਂਧੀ ਬਾਅਦ ਜਾ ਕੇ ਸੋਹਰਵਰਦੀ ਨੂੰ ਲੈ ਕੇ ਮੁਸਲਮਾਨਾਂ 'ਚ ਬੈਠ ਗਏ ਕਿ ਜੇ ਤੁਸੀਂ ਹਮਲਾ ਕਰੋਗੇ ਮਾਰਨ ਲਈ ਤੇ ਮੈਨੂੰ ਵੀ ਮਾਰੋ। ਇਸ ਤਰ੍ਹਾਂ ਔਰ ਉਹਨਾਂ ਦੇ ਕੋਲ ਹਥਿਆਰ ਲੜਨ ਦਾ ਜਿਹੜਾ ਇੱਕ ਟ੍ਰੇਨਿੰਗ ਹੁੰਦਾ ਹੈ ਆਰਮੀ ਉਹ ਉਸ ਤਰ੍ਹਾਂ ਨਹੀਂ ਸੀ ਜਿਸ ਤਰ੍ਹਾਂ ਸਾਡੇ ਪਾਸੇ ਸੀ। ਮਹਾਤਮਾ ਗਾਂਧੀ ਤੁਸੀਂ ਜ਼ਿਕਰ ਕੀਤਾ, ਮੈਂ ਇੱਕ ਛੋਟਾ ਜਿਹਾ ਵਕਫਾ ਲੈ ਕੇ ਵਾਪਸ ਆ ਰਿਹਾ। ਮਹਾਤਮਾ ਗਾਂਧੀ ਦਾ ਜ਼ਿਕਰ ਹੈ ਜਿਹੜਾ ਇਸ ਆਜ਼ਾਦੀ ਦੀ ਲੜਾਈ ਵਿੱਚ ਬਹੁਤ ਜ਼ਿਆਦਾ ਹੋ ਰਿਹਾ, ਤੇ ਉਹ ਕਿਉਂ ਹੋ ਰਿਹਾ ਤੇ ਮਹਾਤਮਾ ਗਾਂਧੀ ਦਾ ਰੋਲ ਕੀ ਸੀਗਾ? ਇਸ ਤੋਂ ਇਲਾਵਾ ਹਿੰਦੂ ਮਹਾਸਭਾ, ਮੁਸਲਿਮ ਲੀਗ, ਅਕਾਲੀ ਦਲ, ਇਹਨਾਂ ਸਾਰਿਆਂ ਦਾ ਕੀ ਰੋਲ ਸੀਗਾ, ਇਹ ਵੀ ਸਮਝਣ ਦੀ ਕੋਸ਼ਿਸ਼ ਕਰਾਂਗੇ। ਤੇ ਜਿਹੜੇ ਅੰਗਰੇਜ਼ ਸੀਗੇ ਉਹਨਾਂ ਦਾ ਕੀ ਰੋਲ ਰਿਹਾ। ਵਾਪਸ ਆ ਰਿਹਾ। ਮੁੜ ਤੋਂ ਤੁਹਾਡਾ ਸਵਾਗਤ ਕਰਦੇ ਹਾਂ। ਡਾਕਟਰ ਸਾਹਿਬ, ਜਦੋਂ ਤੁਸੀਂ ਮਹਾਤਮਾ ਗਾਂਧੀ ਦਾ ਜ਼ਿਕਰ ਕਰਦੇ ਹੋ, ਮਹਾਤਮਾ ਗਾਂਧੀ ਬਾਰੇ ਇੱਕ ਚਰਚਾ ਛਿੜੀ ਹੋਈ ਹੈ, ਉਹਦੇ ਬਾਰੇ ਤੁਸੀਂ ਸਾਨੂੰ ਕਲੈਰੀਫਾਈ ਕਰ ਸਕਦੇ ਹੋ? ਦੱਸ। ਵੀ ਉਹਨਾਂ ਬਾਰੇ ਕਿਹਾ ਜਾਂਦਾ ਸੀ ਕਿ ਉਹ ਮੁਸਲਮਾਨਾਂ ਦੇ ਹੱਕ ਵਿੱਚ ਭੁਗਤ ਗਏ, ਜਦ ਕਿ ਉਹ ਕਹਿੰਦੇ ਸੀ ਮੈਂ ਉਹਨਾਂ ਹਕੂਮਤਾਂ ਨੂੰ ਇਹ ਕਹਿ ਰਿਹਾ ਕਿ ਜਿਹੜੀ ਘੱਟ ਗਿਣਤੀ ਹੈ ਉਹਦਾ ਖਿਆਲ ਤੁਸੀਂ ਰੱਖਣਾ, ਤੁਸੀਂ ਆਪਣਾ ਫਰਜ਼ ਨਿਭਾਉਣਾ। ਠੀਕ ਹੈ। ਇਹਦੇ ਵਿੱਚ ਸੱਚ ਕੀ ਹੈ? ਸੱਚ ਤੇ ਇਹੀ ਹੈ ਕਿ ਮਹਾਤਮਾ ਗਾਂਧੀ ਦੀ ਕੋਸ਼ਿਸ਼ ਆਈ ਸੀ ਕਿ ਇਹ ਪਾਰਟੀਸ਼ਨ ਨਾ ਹੋਵੇ, ਔਰ ਜਦੋਂ ਪਾਰਟੀਸ਼ਨ ਫਿਰ ਹੋਈ ਤੇ ਉਹਨਾਂ ਨੇ ਇੱਕ ਤੇ 15 ਅਗਸਤ ਨੂੰ ਜਦੋਂ ਦਿੱਲੀ ਦੇ ਵਿੱਚ ਖੁਸ਼ੀਆਂ ਮਨਾਈ ਜਾ ਰਹੀਆਂ ਸਨ, ਉਹ ਕਲਕੱਤੇ ਦੇ ਉਸ ਇਲਾਕੇ 'ਚ ਸੋਹਰਵਰਦੀ ਨੂੰ ਲੈ ਕੇ ਜਿਹਦੇ ਚੀਫ ਮਿਨਿਸਟਰ ਹੁੰਦੇ ਹੋਏ ਕਲਕੱਤੇ 'ਚ ਹਮਲਾ ਹੋਇਆ ਸੀ ਔਰ ਕਈ ਲੋਕ ਮਾਰੇ ਗਏ ਸਨ, ਉਹਨੂੰ ਲੈ ਕੇ ਉਹ ਫਿਰ ਮੁਸਲਮਾਨਾਂ 'ਚ ਬੈਠ ਗਏ। ਔਰ ਜਦੋਂ ਹਮਲਾਵਰ ਆਏ ਤੇ ਉਹਨਾਂ ਨੂੰ ਫਿਰ ਉਹਨਾਂ ਨੇ ਕਿਹਾ ਕਿ ਇਹ ਕੋਈ ਤਰੀਕਾ ਨਹੀਂ ਜ਼ੁਲਮ ਕਰਨ ਦਾ, ਤੇ ਉੱਥੇ ਉਹ ਜਿਹੜਾ ਨਾ ਕਲਕੱਤਾ ਦੁਬਾਰਾ ਉਹਨੂੰ ਅੱਗ ਨਾ ਲੱਗ ਸਕੀ, ਅਮਨ ਨਾਲ ਹੋ ਗਿਆ। ਹੁਣ ਹਿੰਦੂਆਂ ਦੇ ਵਿੱਚ ਅਲਬੱਤਾ ਇਹ ਹੈ ਕਿ ਦੇਖੋ ਜੀ ਮਹਾਤਮਾ ਕਲਕੱਤੇ ਤੇ ਜਾ ਕੇ ਬਹਿ ਗਏ ਤੇ ਸਾਡੇ ਜਿਹੜੇ ਪੰਜਾਬ ਦੇ ਵਿੱਚ ਹਿੰਦੂਆਂ ਸਿੱਖਾਂ ਨਾਲ ਹੋ ਰਿਹਾ ਸੀ ਉੱਥੇ ਕਿਉਂ ਨਹੀਂ ਸਨ? ਉਹਦੀ ਹੁਣ ਇਹ ਐਕਸਪਲੇਨੇਸ਼ਨ ਹੈ ਕਿ ਮਹਾਤਮਾ ਉੱਥੇ ਜਾਂਦੇ ਸਨ ਜਿੱਥੇ ਲੋਕਲੀ ਉਹਨਾਂ ਨੂੰ ਕੋਈ ਬੁਲਾਉਂਦਾ ਸੀ, ਤੇ ਇੱਧਰ ਸ਼ਾਇਦ ਕੋਈ ਜ਼ਿਆਦਾ ਉਹਨਾਂ ਦੀ ਪੰਜਾਬ ਵਿੱਚ ਉਹਨਾਂ ਦਾ ਕਦੀ ਇਨਫਲੂਐਂਸ ਇਸ ਤਰ੍ਹਾਂ ਰਿਹਾ ਹੀ ਨਹੀਂ। ਇੱਥੇ ਅਕਾਲੀਆਂ ਦਾ ਸੀ ਤੇ ਮੁਸਲਿਮ ਲੀਗ ਦਾ ਸੀ, ਤੇ ਉਸ ਤੋਂ ਪਹਿਲੇ ਪੰਜਾਬ ਯੂਨੀਅਨਿਸਟ ਪਾਰਟੀ ਦਾ ਸੀ। ਮਹਾਤਮਾ ਗਾਂਧੀ ਦਾ ਅਸਰ ਬਾਕੀ ਸਾਰੇ ਹਿੰਦੁਸਤਾਨ ਵਿੱਚ ਔਰ ਬੰਗਾਲ ਵਿੱਚ ਫਿਰ ਜਾ ਕੇ ਉਹਨਾਂ ਨੇ ਜਾਨਾਂ ਬਚਾਈਆਂ। ਨੋਆਖਾਲੀ 'ਚ ਹਿੰਦੂਆਂ 'ਤੇ ਜਦੋਂ ਅਟੈਕ ਹੋਇਆ ਉਹਦੇ 'ਚ ਵੀ ਜਾ ਕੇ ਕਈ ਦਿਨ ਉੱਥੇ ਕੰਮ ਕਰਦੇ ਰਹੇ, ਉਹਨਾਂ 'ਤੇ ਗੰਦ ਵੀ ਸੁੱਟਿਆ ਗਿਆ, ਉਹ ਸਾਰਾ ਰਿਕਾਰਡਡ ਹੈਗਾ। ਠੀਕ ਹੈ। ਜਿਹੜਾ ਹਿੰਦੂ ਮਹਾਸਭਾ ਦਾ ਰੋਲ ਹੈ ਜਾਂ ਅਕਾਲੀਆਂ ਦਾ ਰੋਲ ਹੈ, ਮੁਸਲਿਮ ਲੀਗ ਦਾ ਰੋਲ ਹੈ ਜਾਂ ਲਾਊਡ ਮਾਊਂਟਨ ਦਾ ਰੋਲ ਹੈ, ਜੀ ਮੈਂ ਉਹਨਾਂ ਸਾਰਿਆਂ ਬਾਰੇ ਸਮਝਣਾ ਚਾਹੁੰਦਾ। ਉਹਨਾਂ ਦੇ ਲੀਡਰ ਸੀ ਜਿਹੜੇ ਮਾਸਟਰ ਤਾਰਾ ਸਿੰਘ ਹੋਏ, ਮੁਹੰਮਦ ਅਲੀ ਜਿੰਨਾ ਹੋਏ, ਇਹਨਾਂ ਸਾਰਿਆਂ ਦਾ ਕੀ ਰੋਲ ਸੀਗਾ? ਦੇਖੋ ਜੀ, ਇਸ ਤਰ੍ਹਾਂ ਹੈ ਕਿ ਇਹ ਸਾਰਾ ਕੰਮ ਖਰਾਬ ਹੁੰਦਾ ਹੈ 24 ਜਨਵਰੀ 1947 ਨੂੰ, ਜਦੋਂ ਮੁਸਲਿਮ ਲੀਗ ਕਾਇਦੇ ਆਜ਼ਮ ਮੁਹੰਮਦ ਅਲੀ ਜਿੰਨਾ ਦੇ ਕਹਿਣ 'ਤੇ ਪਹਿਲੇ ਕਲਕੱਤੇ 'ਚ, ਹੁਣ ਉਹਨਾਂ ਨੇ ਪੰਜਾਬ ਦੇ ਵਿੱਚ ਡਾਇਰੈਕਟ ਐਕਸ਼ਨ ਕੀਤਾ ਕਿ ਜਿਹੜੀ ਹਕੂਮਤ ਹੈ ਨਾ ਉਸ ਜ਼ਮਾਨੇ 'ਚ ਉਹ ਹੈਗੀ ਸੀ, ਚੀਫ ਮਿਨਿਸਟਰ ਸਨ ਸਰ ਖਿਜ਼ਰ ਹਯਾਤ ਟਿਵਾਣਾ ਪੰਜਾਬ ਯੂਨੀਅਨਿਸਟ ਪਾਰਟੀ ਦੇ। ਪੰਜਾਬ ਯੂਨੀਅਨਿਸਟ ਪਾਰਟੀ ਵੈਸੇ ਬ੍ਰਿਟਿਸ਼ ਲਾਇਲਿਸਟ ਸੀ, ਲੇਕਿਨ ਉਹ ਸਾਡਾ ਜਿਹੜਾ ਪੰਜਾਬ ਦਾ ਹੈ ਨਾ ਸੂਫੀਆਂ ਦਾ, ਸੰਤਾਂ ਦਾ, ਗੁਰੂਆਂ ਦੀ ਟੀਚਿੰਗ, ਤੇ ਪੰਜਾਬ ਯੂਨੀਅਨਿਸਟ ਪਾਰਟੀ 'ਚ ਹਿੰਦੂ, ਮੁਸਲਿਮ, ਸਿੱਖ ਹੈਗੇ ਸਨ, ਔਰ ਮਿਨਿਸਟਰੀ 'ਚ ਵੀ ਹਮੇਸ਼ਾ ਇਹ ਤਿੰਨੋਂ ਕਮਿਊਨਿਟੀਜ਼ ਹੁੰਦੀਆਂ ਸਨ। ਲੇਕਿਨ ਮੁਸਲਿਮ ਲੀਗ ਨੇ ਜਦੋਂ 45-46 ਵਿੱਚ ਪਾਕਿਸਤਾਨ ਦੇ ਨਾਰੇ ਲਾਏ ਕਿ ਇਸਲਾਮ ਖਤਰੇ 'ਚ ਹੈ, ਮੁਸਲਮਾਨ ਖਤਰੇ 'ਚ ਹਨ, ਤੇ ਉਹ ਫਿਰ ਲੈਂਡਲੋਰਡ ਸਾਰੇ ਜਿਹੜੇ ਨੇ ਉਹ ਮੁਸਲਿਮ ਲੀਗ 'ਚ ਆ ਗਏ। ਔਰ ਇੱਕ ਹਕੂਮਤ ਫਿਰ ਜਦੋਂ ਇਲੈਕਸ਼ਨ ਹੋਇਆ ਤੇ ਵੋਟਰਸ ਨੇ ਮੁਸਲਿਮ ਲੀਗ ਨੂੰ ਦਿੱਤਾ ਵੋਟ, ਔਰ ਜਿਹੜੇ ਪੰਜਾਬ ਦੇ ਹਿੰਦੂ ਨੇ ਉਹਨਾਂ ਨੇ ਕਾਂਗਰਸ ਨੂੰ ਦਿੱਤਾ। ਮਹਾਸਭਾ ਦੀ ਛੁੱਟੀ ਹੋ ਗਈ, ਕਮਿਊਨਿਸਟ ਪਾਰਟੀ ਆਫ ਇੰਡੀਆ ਦੀ ਵੀ ਛੁੱਟੀ ਹੋ ਗਈ,
ਔਰ ਸਿੱਖਾਂ ਨੇ ਪੰਥਕ ਪਾਰਟੀਆਂ ਹੁੰਦੀਆਂ ਸਨ, ਜਿਨ੍ਹਾਂ 'ਚੋਂ ਸਭ ਤੋਂ ਵੱਡੀ ਅਕਾਲੀ ਸਨ। ਸਿੱਖਾਂ ਨੇ ਉਹਨਾਂ ਨੂੰ ਵੋਟ ਦਿੱਤਾ ਤੇ ਇੱਕ ਪੋਲਰਾਈਜ਼ਡ ਵੋਟ ਹੋ ਗਿਆ। ਇਹਦੇ ਵਿੱਚ ਹੁਣ ਐ ਸੀ ਕਿ ਜੇ ਕਾਂਗਰਸ ਚਾਹੁੰਦੀ ਹੈ ਹਿੰਦੁਸਤਾਨ ਨੂੰ ਇਕੱਠਾ ਰੱਖਣਾ, ਜਿਨ੍ਹਾਂ ਸਾਹਿਬ ਔਰ ਮੁਸਲਿਮ ਲੀਗ ਚਾਹੁੰਦੇ ਨੇ ਕਿ ਇੰਡੀਆ ਦੀ ਪਾਰਟੀਸ਼ਨ ਹੋਏ ਪਾਕਿਸਤਾਨ ਬਣਾਉਣ ਲਈ। ਸਿੱਖਾਂ ਦੀ ਡਿਮਾਂਡ ਸੀ ਕਿ ਜੇ ਪਾਕਿਸਤਾਨ ਇੱਕ ਮੁਸਲਮਾਨਾਂ ਦਾ ਮੁਲਕ ਬਣਦਾ ਹੈ ਇਸਲਾਮਿਕ, ਤੇ ਅਸੀਂ ਉਹ ਇਲਾਕੇ ਪੰਜਾਬ ਦੇ ਜਿਹੜੇ ਮੁਸਲਿਮ ਮੈਜੋਰਿਟੀ ਨਹੀਂ ਬਲਕਿ ਹਿੰਦੂ ਸਿੱਖ ਮੈਜੋਰਿਟੀ ਨੇ, ਅਸੀਂ ਉਹ ਯਾਦ ਚਾਹਾਂਗੇ ਕਿ ਇੱਕ ਸਿੱਖ ਸਟੇਟ ਨੂੰ ਦਿੱਤੀ ਜਾਏ ਜਾਂ ਇੰਡੀਆ 'ਚ। ਲਿਹਾਜ਼ਾ ਇਹ ਸਾਰੇ ਪੋਜੀਸ਼ਨਸ ਨੂੰ ਅੰਗਰੇਜ਼ਾਂ ਨੇ ਕੋਸ਼ਿਸ਼ ਕੀਤੀ ਕਿ ਇਹ ਕਿਸੇ ਤਰੀਕੇ ਨਾਲ ਕੰਪਰੋਮਾਈਜ਼ ਹੋ ਜਾਏ, ਮਗਰ ਉਹ ਨਾ ਹੋਇਆ। ਔਰ ਜਦੋਂ ਪਾਰਟੀਸ਼ਨ ਹੋਈ ਤੇ ਫਿਰ ਇਹ ਸਾਰੇ ਲੀਡਰ ਜਿਹੜੇ ਨੇ, ਮਾਸਟਰ ਤਾਰਾ ਸਿੰਘ ਦਾ ਬਿਆਨ ਮੈਂ ਦਿੱਤਾ ਹੈ ਨਵੰਬਰ 47 ਵਿੱਚ ਕਿ ਮੈਂ ਐਡਵਾਈਸ ਕਰਨਾ ਮੁਸਲਮਾਨਾਂ ਨੂੰ ਕਿ ਹਿੰਦੁਸਤਾਨ ਛੱਡ ਦੇਣ, ਕਿਉਂਕਿ ਕੋਈ ਮੁਸਲਮਾਨ ਲਾਇਲ ਟੂ ਇੰਡੀਆ ਨਹੀਂ ਹੋ ਸਕਦਾ। ਔਰ ਜਿਹੜੇ ਹਿੰਦੂ ਸਿੱਖ ਪਾਕਿਸਤਾਨ ਵਿੱਚ ਹਲੇ ਵੀ ਹਨ, ਉਹ ਉੱਥੋਂ ਵੀ ਆ ਜਾਣ, ਕਿਉਂਕਿ ਇੱਕ ਇਸਲਾਮਿਕ ਸਟੇਟ ਵਿੱਚ ਉਹਨਾਂ ਨੂੰ ਇਕੁਅਲ ਰਾਈਟਸ ਨਹੀਂ ਮਿਲ ਸਕਦੇ। ਇਸੇ ਤਰ੍ਹਾਂ ਮੁਸਲਿਮ ਲੀਗ ਵੱਲੋਂ ਬੜੇ ਇਸ ਕਿਸਮ ਦੇ ਬਿਆਨ ਹਨ। ਜਿਨ੍ਹਾਂ ਸਾਹਿਬ ਨੇ ਇਹ ਮੌਲਵੀਆਂ ਨੂੰ ਪੂਰਾ ਖੁੱਲ੍ਹਾ ਛੁੱਟੀ ਦੇ ਦਿੱਤੀ, ਖੁਦ ਚੁੱਪ ਹੀ ਰਹੇ ਕਿ ਤੁਸੀਂ ਜੋ ਵੀ ਇਸਲਾਮਿਕ ਸਲੋਗਨਸ ਨੇ ਲਾਓ ਕਿ ਇਸਲਾਮ ਦੀ ਹਕੂਮਤ ਹੋਏਗੀ, ਹਿੰਦੂਆਂ ਤੋਂ ਆਜ਼ਾਦੀ ਹੋਏਗੀ, ਮਨੀ ਲੈਂਡਰ ਜਿਹੜਾ ਹੈ ਉੱਥੋਂ ਦਾ ਹਿੰਦੂ ਸਿੱਖ, ਉਸ ਤੋਂ ਸਾਨੂੰ ਨਿਜਾਤ ਮਿਲੇਗੀ। ਔਰ ਸੋ ਜਿਹੜੇ ਮੁਸਲਿਮ ਲੀਗ ਲੀਡਰ ਨੇ ਉਹਨਾਂ ਨੇ ਇਹਦੇ 'ਚ ਪੇਸ਼ ਹਿੱਸਾ ਲਿਆ। ਅਕਾਲੀਆਂ ਨੇ ਵੀ ਕਿਹਾ ਕਿ ਅਸੀਂ ਕਦੀ ਯਾਨੀ ਪੰਥਕ ਪਾਰਟੀਆਂ ਨੇ ਪਾਕਿਸਤਾਨ ਦਾ ਹਿੱਸਾ ਨਹੀਂ ਬਣਨ ਦਿਆਂਗੇ। ਕਾਂਗਰਸ ਦੇ ਲੀਡਰ ਵੀ ਜਿਹੜੇ ਨੇ ਉਹ ਪਾਰਟੀਸ਼ਨ ਦੀ ਮੁਖਾਲਫਤ ਕਰਦੇ ਰਹੇ, ਲੇਕਿਨ ਹਿੰਦੂ ਮਹਾਸਭਾ ਔਰ ਦੇ ਲੀਡਰ ਪੰਜਾਬ ਦੇ ਜਿਹੜੇ ਨੇ ਉਹਨਾਂ ਨੇ ਕਿਹਾ ਅਸੀਂ ਫਿਰ ਜੇ ਇੱਕ ਕੋਲੀਸ਼ਨ ਗਵਰਨਮੈਂਟ ਨਹੀਂ ਬਣਨ ਦੇਗੀ ਤੇ ਅਸੀਂ ਫਿਰ ਮੁਸਲਿਮ ਲੀਗ ਦੀ ਹਕੂਮਤ ਨਹੀਂ ਬਣਨ ਦੇਵਾਂਗੇ। ਉੱਥੋਂ ਫਿਰ 4 ਮਾਰਚ 1947 ਨੂੰ ਇੱਕ ਹਿੰਦੂ ਸਿੱਖ ਸਟੂਡੈਂਟਸ ਦੀ ਐਜੀਟੇਸ਼ਨ ਸੀ ਕਿ ਜੇ ਕੋਲੀਸ਼ਨ ਗਵਰਨਮੈਂਟ ਇਹਨਾਂ ਨੇ ਢਾਹ ਦਿੱਤੀ ਹੈ ਤੇ ਹੁਣ ਮੁਸਲਿਮ ਲੀਗ ਦੀ ਹਕੂਮਤ ਨਹੀਂ ਬਣਨ ਦੇਵਾਂਗੇ। ਉਸ 'ਤੇ ਫਿਰ ਗੋਲੀ ਚੱਲੀ। ਉਸ ਦੇ ਬਾਅਦ ਫਿਰ ਲਾਹੌਰ ਵਿੱਚ ਗੋਲੀ, ਅੰਮ੍ਰਿਤਸਰ ਸ਼ਾਮ ਨੂੰ 4 ਤੱਕ ਪਹੁੰਚ ਗਈ, ਮੁਲਤਾਨ ਨੂੰ 5 ਮਾਰਚ ਨੂੰ ਕਤਲੇਆਮ ਸ਼ੁਰੂ ਹੋ ਗਿਆ ਔਰ 5 ਨੂੰ ਹੀ ਰਾਵਲਪਿੰਡੀ 'ਚ। ਇਹ 4 ਸ਼ਹਿਰਾਂ ਦੇ ਵਿੱਚ ਫਿਰ ਕਈ 100 ਲੋਕ ਮਾਰੇ ਗਏ, ਬਲਕਿ ਕਈ ਹਜ਼ਾਰ ਸਿੱਖ ਮਾਰੇ ਗਏ, ਕਿਉਂਕਿ ਰਾਵਲਪਿੰਡੀ ਦਾ ਇਲਾਕੇ 'ਚ ਸਿੱਖਾਂ ਦੇ ਪਿੰਡਾਂ ਨੂੰ ਘੇਰੇ ਡਾਲ ਕੇ ਤੇ ਇਹ ਜਿਹੜੇ ਸਨ ਮੁਸਲਿਮ ਲੀਗ ਦੇ ਲੋਕ ਉਹਨਾਂ ਨੇ ਉਹਨਾਂ ਦਾ ਕਤਲੇਆਮ ਕੀਤਾ। ਸਾਰਿਆਂ ਨੇ ਧਰਮ ਦੇ ਨਾਂ ਤੇ ਸਿਆਸਤ ਕੀਤੀ। ਟੂ ਨੇਸ਼ਨ ਥਿਊਰੀ ਨੂੰ ਤੁਸੀਂ ਮੰਨਦੇ ਹੋ ਵੀ ਇਹੀ ਕੁਝ ਹੋਇਆ? ਨਹੀਂ, ਮੈਂ ਸਮਝਦਾ ਟੂ ਨੇਸ਼ਨ ਥਿਊਰੀ ਤੇ ਇੱਕ ਬਹੁਤ ਵੱਡਾ ਉਹ ਸਟੀਰੀਓਟਾਈਪਿੰਗ ਹੈ ਕਿ ਮਜ਼ਹਬ ਦੀ ਬੁਨਿਆਦ ਤੇ ਨੇਸ਼ਨਸ ਹੁੰਦੀਆਂ ਨੇ। ਇਹ ਜਦੋਂ ਤੁਸੀਂ ਕਹਿੰਦੇ ਹੋ ਤੇ ਉਹ ਨਫ਼ਰਤ ਹੀ ਹੈ ਨਾ। ਤੁਸੀਂ ਮੈਂ ਹੁਣ ਪੰਜਾਬੀ ਬੋਲ ਰਹੇ ਹਾਂ, ਸਾਡੇ 'ਚ ਕੀ ਫਰਕ ਹੈ ਕਿ ਤੁਸੀਂ ਇੱਕ ਸਿੱਖ ਘਰਾਣੇ 'ਚ ਪੈਦਾ ਹੋਏ ਹੋ ਤੇ ਮੈਂ ਇੱਕ ਮੁਸਲਮਾਨ ਘਰਾਣੇ 'ਚ, ਲੇਕਿਨ ਕਿਆ ਇਹੀ ਵਜ੍ਹਾ ਨਾਲ ਸਾਡੀ ਗੱਲ ਵੀ ਨਹੀਂ ਹੋ ਸਕਦੀ, ਅਸੀਂ ਮਿਲ ਕੇ ਨਹੀਂ ਰਹਿ ਸਕਦੇ, ਸਾਡੇ ਦੋਸਤੀਆਂ ਨਹੀਂ ਹੋ ਸਕਦੀਆਂ? ਤੇ ਜਦੋਂ ਇਹ ਟੂ ਨੇਸ਼ਨ ਥਿਊਰੀ ਬੁਨਿਆਦ ਬਣੀ ਪਾਰਟੀਸ਼ਨ ਦੀ, ਇਹ ਨਾ ਹੁੰਦੀ ਤੇ ਪਾਰਟੀਸ਼ਨ ਜਸਟੀਫਾਈ ਕਿਸ ਤਰ੍ਹਾਂ ਹੁੰਦੀ? ਤੁਸੀਂ ਇਹ ਤਾਂ ਨਹੀਂ ਨਾ ਕਹਿ ਸਕਦੇ ਕਿ ਅਸੀਂ ਇਹਨਾਂ ਨਾਲ ਮਿਲ ਕੇ ਰਵਾਂਗੇ ਤੇ ਫਿਰ ਵੀ ਪਾਰਟੀਸ਼ਨ ਸਾਨੂੰ ਚਾਹੀਦੀ ਹੈ। ਸੋ ਪਾਰਟੀਸ਼ਨ ਇਸ ਤਰ੍ਹਾਂ ਹੋਈ। ਔਰ ਕਿਉਂਕਿ ਇਸ ਪਾਰਟੀਸ਼ਨ ਵਿੱਚ ਜਿਨ੍ਹਾਂ ਸਾਹਿਬ ਪੂਰਾ ਪੰਜਾਬ ਤੇ ਬੰਗਾਲ ਚਾਹੁੰਦੇ ਸਨ ਤੇ ਇੱਥੋਂ ਦੇ ਹਿੰਦੂ ਔਰ ਸਿੱਖ ਪੰਜਾਬ ਦੇ ਜਿਹੜੇ ਕਹਿੰਦੇ ਸਨ ਫਿਰ ਅਸੀਂ ਪਾਕਿਸਤਾਨ ਦਾ ਕਿਉਂ ਹਿੱਸਾ ਬਣੀਏ ਜੇ ਤੁਸੀਂ ਹਿੰਦੁਸਤਾਨ ਦੇ ਵਿੱਚ ਰਹਿਣ ਨੂੰ ਤਿਆਰ ਨਹੀਂ ਹੈਗੇ। ਸੋ ਇਸ ਕਿਸਮ ਦੀਆਂ ਐਕਸਟ੍ਰੀਮ ਪੋਜੀਸ਼ਨਸ ਹੋਈਆਂ। ਲੇਕਿਨ ਇਹ ਵੀ ਕਹਿਣਾ ਚਾਹੀਦਾ ਹੈ ਕਿ ਜਦੋਂ ਫਸਾਦ ਹੋਏ ਤੇ ਆਮ ਲੋਕਾਂ ਨੇ, ਹਮਲੇਵਾਰ ਤੇ ਹੈ ਨਹੀਂ ਸਨ, ਉਹਨਾਂ ਨੇ ਇੱਕ ਦੂਸਰੇ ਦੀ ਜਾਨਾਂ ਵੀ ਬਚਾਈਆਂ। ਔਰ ਮੇਰੀ ਕਿਤਾਬ ਵਿੱਚ ਸਾਰੀ ਡਿਟੇਲਸ ਹੈ। ਸੋ ਪੋਲੀਟੀਸ਼ੀਅਨਸ ਦੀ ਇਹਦੇ ਵਿੱਚ ਇਨਵੋਲਵਮੈਂਟ ਤੇ ਹੈ। ਚਲੋ ਮੈਂ ਇੱਕ ਹੋਰ ਛੋਟਾ ਜਿਹਾ ਵਕਫਾ ਲੈ ਲਵਾਂ ਸਰ ਜੀ। ਡਾਕਟਰ ਇਸ਼ਤਿਆਕ ਅਹਿਮਦ ਬਹੁਤ ਵੱਡੇ ਪੋਲੀਟੀਕਲ ਸਾਇੰਟਿਸਟ ਨੇ, ਹਿਸਟੋਰੀਅਨ ਨੇ। ਇਹਨਾਂ ਨੇ ਕਿਹੜੇ ਪੱਖ ਤੋਂ ਇਹ ਸਾਰੇ ਪੱਖ ਵਿਚਾਰੇ ਆ ਤੇ ਇੱਕ ਕਿਤਾਬ ਦਾ ਰੂਪ ਸਾਡੇ ਸਾਹਮਣੇ ਰੱਖਿਆ ਹੈ। ਪਰ ਜੋ ਦਰਦ ਹੈ ਜਿਹੜਾ ਉਹ ਅੱਜ ਵੀ ਸਾਨੂੰ ਗਾਹੇ ਬਗਾਹੇ ਯਾਦ ਹੁੰਦਾ ਹੈ। ਪਰ ਜਦੋਂ ਅਸੀਂ ਉਹਨਾਂ ਜਸ਼ਨਾਂ ਵਿੱਚ ਸ਼ਾਮਲ ਹੁੰਦੇ ਹਾਂ ਤਾਂ ਉਹ ਦਰਦ ਸਾਡੇ ਨਾਲ ਨਾਲ ਤੁਰਦਾ ਹੈ। ਲਹਿੰਦਾ ਪੰਜਾਬ ਤੇ ਚੜ੍ਹਦਾ ਪੰਜਾਬ ਕੀ ਸੋਚਦਾ ਹੈ ਕਿ ਦੋਨਾਂ ਵਿੱਚ ਸਾਂਝ ਹੋ ਸਕਦੀ ਹੈ, ਕਿ ਦੋਨਾਂ ਵਿਚਾਲੇ ਲਾਂਘੇ ਖੁੱਲ੍ਹ ਸਕਦੇ ਆ।
ਇਹ ਸਾਡੇ ਹਾਕਮ ਜਿਹੜੇ ਸਾਡੇ ਸਿਆਸਤਦਾਨ ਹੈ ਦੋਨਾਂ ਮੁਲਕਾਂ ਦੇ, ਉਹ ਕੀ ਚਾਹੁੰਦੇ ਆ? ਕਿ ਉਹ ਨਫ਼ਰਤ ਦੀ ਦੀਵਾਰ ਚਾਹੁੰਦੇ ਆ ਜਾਂ ਮੁਹੱਬਤ ਦਾ ਮੁਜੱਸਮਾ ਖੜਾ ਕਰਨਾ ਚਾਹੁੰਦੇ ਆ? ਇਸੇ ਤੇ ਗੱਲਬਾਤ ਹੋ ਰਹੀ ਹੈ। ਕੋਸ਼ਿਸ਼ ਕਰਾਂਗੇ ਵਾਪਸ ਆ ਕੇ ਕੁਝ ਹੋਰ ਸਵਾਲ ਲਵਾਂਗੇ। ਵਾਪਸ ਆ ਰਹੇ ਹਾਂ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਡਾਕਟਰ ਸਾਹਿਬ, ਮੈਂ ਤੁਹਾਡੇ ਨਾਲ ਬਹੁਤ ਜ਼ਿਆਦਾ ਗੁਫ਼ਤਗੂ ਕਰਨਾ ਚਾਹੁੰਦਾ, ਪਰ ਵਕਤ ਇਜਾਜ਼ਤ ਨਹੀਂ ਦੇ ਰਿਹਾ। ਅਸੀਂ ਆਖਰੀ ਹਿੱਸੇ ਵਿੱਚ ਹਾਂ, ਆਖਰੀ ਪੜਾਅ 'ਚ ਹਾਂ ਜੀ। ਜਦੋਂ ਇਹ ਸਾਰੀ ਵੰਡ ਹੋਈ ਹੈ ਜੀ, ਉਦੋਂ ਬਹੁਤਿਆਂ ਦੀਆਂ ਜ਼ਮੀਨਾਂ ਉੱਧਰ ਰਹਿ ਗਈਆਂ, ਇੱਧਰਲਿਆਂ ਦੀਆਂ ਉੱਧਰ ਰਹਿ ਗਈਆਂ, ਬੜਾ ਕੁਝ ਹੋਇਆ। ਉਹਨਾਂ ਨੂੰ ਉਹਨਾਂ ਦਾ ਬਣਦਾ ਹਿੱਸਾ ਮਿਲਿਆ? ਨਹੀਂ, ਮਹਿਲ ਸਾਡੇ ਵਾਲੇ ਪਾਸੇ ਕਈ ਲੋਕ ਵਿਚਾਰੇ ਜਿਹੜੇ ਸ਼ਰੀਫ ਲੋਕ ਸਨ, ਉਹਨਾਂ ਕੋਲ ਜਾਂ ਤੇ ਪੇਪਰ ਨਹੀਂ ਸਨ, ਨਾ ਹਕੂਮਤ ਨਾਲ ਕੋਈ ਉਹਨਾਂ ਦਾ ਕਨੈਕਸ਼ਨ ਸੀ ਉਸ ਜ਼ਮਾਨੇ ਦੇ ਪੋਲੀਟੀਸ਼ੀਅਨਸ ਦਾ, ਤੇ ਉਹ ਕਈ ਪ੍ਰਾਪਰਟੀ ਝੂਠੇ ਲੋਕਾਂ ਨੇ ਲੈ ਲਈ ਕਲੇਮ ਕਲੂਮ ਕਰਕੇ। ਤੁਹਾਡੇ ਪਾਸੇ ਇਹ ਸੀ ਕਿ ਲੋਕ ਉੱਥੇ ਬਹੁਤ ਜ਼ਿਆਦਾ ਚੀਜ਼ਾਂ ਛੱਡ ਆਏ ਸਨ, ਉਹਨਾਂ ਨੂੰ ਉਹਦਾ ਮੁਆਵਜ਼ਾ ਉਹ ਨਹੀਂ ਮਿਲਿਆ ਜੋ ਉੱਥੇ ਸੀ, ਘੱਟ ਮਿਲਿਆ। ਤੇ ਇੱਧਰ ਇਸ ਤਰ੍ਹਾਂ ਨੁਕਸਾਨ ਹੋਇਆ। ਉੱਧਰ ਜਿਹੜਾ ਚਲਾਕ ਸੀ, ਕਨੈਕਟਡ ਸੀ, ਉਹਨੇ ਝੂਠੇ ਵੀ ਕਲੇਮ ਬਣਾ ਕੇ ਤੇ ਲੈ ਲਈਆਂ। ਤੇ ਉਹਨਾਂ ਨੂੰ ਕਦੇ ਇਨਸਾਫ ਮਿਲੂਗਾ ਸਰ? ਕਿੱਥੋਂ ਮਿਲੇਗਾ? ਹੁਣ ਤੇ ਉਹ ਜਨਰੇਸ਼ਨਸ ਹੀ ਖਤਮ ਹੋ ਗਈਆਂ ਨੇ। ਔਰ ਬਹੁਤ ਵੱਡੀ ਟ੍ਰੈਜੇਡੀ ਹੈ ਕਿ ਜਿਹਦੇ ਤੇ ਕਦੀ ਕੋਈ ਇੱਕ ਉਹ ਕੀ ਕਹਿੰਦੇ ਨੇ ਟ੍ਰਾਈਬੂਨਲ ਨਹੀਂ ਬਣਿਆ ਜਿਹੜਾ ਲੱਭੇ ਕਿ ਕਿਸ ਨੇ ਕੀ ਕੀਤਾ, ਕੌਣ ਲੋਕ ਸਨ ਕਾਤਿਲ, ਇਹ ਉਹ ਦੋਨੋਂ ਪਾਸੇ ਕਦੀ ਹੋ ਨਹੀਂ ਸਕਿਆ। ਅੱਜ ਇਹ ਕੋਸ਼ਿਸ਼ ਹੋ ਸਕਦੀ ਹੈ? ਨਹੀਂ, ਮੇਰੇ ਖਿਆਲ ਨਾਲ ਇਸ ਤੋਂ ਇਲਾਵਾ ਹੁਣ ਇਸ ਕੋਸ਼ਿਸ਼ ਦੇ ਫਿਰ ਲੱਭਣੇ ਪੈਣਗੇ। ਬਲੇਮ ਗੇਮ ਸ਼ੁਰੂ ਹੋ ਜਾਏਗੀ ਕਿ ਨਹੀਂ ਜੀ ਤੁਸੀਂ ਇੰਜ ਕੀਤਾ ਤੇ ਫਿਰ ਅਸੀਂ ਇੰਜ ਕੀਤਾ। ਗੱਲ ਇਹ ਵੇ ਕਿ ਮੈਂ ਕਹਿੰਦਾ ਕਿ ਪੰਜਾਬ ਦੀ ਪਾਰਟੀਸ਼ਨ ਵਿੱਚ ਉਹਦੀ ਇੱਕ ਖਾਸੀਅਤ ਹੈ ਕਿ ਤਿੰਨੋਂ ਕਮਿਊਨਿਟੀਜ਼ ਦੇ ਉੱਤੇ ਹਮਲੇ ਹੋਏ ਤੇ ਤਿੰਨੋਂ ਕਮਿਊਨਿਟੀਜ਼ ਦੇ ਲੋਕ ਮਿਲ ਕੇ ਜਾ ਕੇ ਦੂਸਰਿਆਂ ਤੇ ਹਮਲੇ ਕਰਦੇ ਰਹੇ। ਤੇ ਕਿਉਂਕਿ ਸਾਰੇ ਮੁਜਰਮ ਵੀ ਨੇ ਔਰ ਸਾਰੇ ਜਿਹੜੇ ਨੇ ਉਹਦੇ ਉਹਨਾਂ ਤੇ ਜ਼ੁਲਮ ਹੋਇਆ। ਤੇ ਜੇ ਅਸੀਂ ਜ਼ਰਾ ਮੈਚੋਰਿਟੀ ਦਿਖਾਈਏ ਕਿ ਯਾਰ ਉਹ ਇੱਕ ਪਾਗਲਪੁਣੇ ਦਾ ਦੌਰ ਸੀ, ਤੇ ਵੈਸੇ ਤਾਂ ਸਦੀਆਂ ਤੋਂ ਅਸੀਂ ਮਿਲ ਜੁਲ ਕੇ ਰਹਿ ਰਹੇ ਸਾਂ, ਤੇ ਅਸੀਂ ਉਸ ਨੂੰ ਭੁੱਲ ਜਾਈਏ, ਦੋਨੋਂ ਪਾਸਿਓਂ ਮਾਫੀ ਮੰਗ ਲਈ ਜਾਏ। ਮੈਨੂੰ ਦੱਸੇ ਨੇ ਕਿ ਦਰਬਾਰ ਸਾਹਿਬ ਤੋਂ ਵੀ ਇਹ ਹੁਣ ਕਹਿਣਾ ਉਹਨਾਂ ਨੇ ਕਿ ਅਸੀਂ ਮਾਫੀ ਮੰਗਦੇ ਹਾਂ ਜੋ ਉਸ ਜ਼ਮਾਨੇ 'ਚ ਹੋਇਆ। ਮੈਂ ਸਮਝਦਾ ਪਾਕਿਸਤਾਨ ਵਿੱਚ ਵੀ ਇਸ ਕਿਸਮ ਦੀ ਇੱਕ ਮਾਫੀ ਜਿਹੜਾ ਮੁਸਲਮਾਨਾਂ ਨੇ ਹਿੰਦੂਆਂ ਸਿੱਖਾਂ ਨਾਲ ਉੱਥੇ ਕੀਤਾ, ਇਹਨੂੰ ਕਹਿੰਦੇ ਨੇ ਰੈਕਨਸੀਲੀਏਸ਼ਨ, ਜਿਹੜੀ ਕਿ ਨੈਲਸਨ ਮੰਡੇਲਾ ਨੇ ਸਾਊਥ ਅਫਰੀਕਾ 'ਚ ਕੀਤੀ ਸੀ। ਅਸੀਂ ਕਿਉਂ ਨਹੀਂ ਕਰ ਸਕਦੇ? ਅਸੀਂ ਵੀ ਕਰ ਸਕਦੇ ਹਾਂ। ਔਰ ਉਹਦੇ ਬਾਅਦ ਦੋਨੋਂ ਨੂੰ ਹੀ ਫਾਇਦਾ ਹੈ, ਹਿੰਦੁਸਤਾਨ ਤੇ ਪਾਕਿਸਤਾਨ ਨੂੰ, ਔਰ ਦੋਨੋਂ ਪੰਜਾਬਾਂ ਨੂੰ ਸਭ ਤੋਂ ਜ਼ਿਆਦਾ ਫਾਇਦਾ। ਸਰ ਇਹ ਹੋ ਸਕਦਾ, ਸਾਂਝ ਹੋ ਸਕਦੀ ਹੈ? ਇਹ ਹੋਣੀ ਚਾਹੀਦੀ ਹੈ ਔਰ ਹੋ ਜਾਏਗੀ, ਲੇਕਿਨ ਇਹਦੇ ਤੇ ਟਾਈਮ ਲੱਗੇਗਾ। ਮੇਰੇ ਖਿਆਲ ਨਾਲ ਹਾਲਾਤ ਇਸ ਤਰ੍ਹਾਂ ਬਦਲ ਗਏ ਨੇ ਕਿ ਪਾਕਿਸਤਾਨ ਦੀ ਇਕਨੋਮੀ ਦਾ ਸਤਿਆਨਾਸ਼ ਹੋ ਚੁੱਕਿਆ ਹੈ, ਔਰ ਜਿਹੜਾ ਸਾਡਾ ਪੋਲੀਟੀਕਲ ਹੈ ਸਟੇਬਿਲਿਟੀ ਕੋਈ ਨਹੀਂ ਹੈਗੀ। ਤੇ ਇਹਨਾਂ ਹਾਲਾਤ ਵਿੱਚ ਜੇ ਐਸ ਨਾ ਸੋਚਣ ਕਿ ਯਾਰ ਇੰਡੀਆ ਨਾਲ ਨਾਰਮਲਾਈਜ਼ ਕਰਕੇ ਪੰਜਾਬ ਨਾਲ, ਮੈਂ ਇਕਨੋਮੀ ਵਾਲਾ ਸਵਾਲ ਹੀ ਕਰਨਾ ਚਾਹੁੰਦਾ ਜੀ ਜੀ ਜੀ। ਉਦੋਂ ਇਕਨੋਮੀ ਦੇ ਹਾਲਾਤ ਕੀ ਸੀਗੇ? ਉਦੋਂ ਇਕਨੋਮੀ ਦੇ ਹਾਲਾਤ ਇਹ ਸਨ ਕਿ ਪੰਜਾਬ ਦੀ ਲੈਂਡਲੋਰਡ ਕਲਾਸ, ਜ਼ਮੀਂਦਾਰ ਸਾਡੇ ਵਾਲੇ ਪਾਸੇ ਵੱਡੇ ਜਿਹੜੇ ਸਨ ਉਹ ਮੁਸਲਮਾਨ ਸਨ। ਇੱਧਰ ਜਿਹੜੇ ਸਨ ਈਸਟ ਪੰਜਾਬ ਵਿੱਚ, ਉਹਨਾਂ ਵਿੱਚ ਵੀ ਕੁਝ ਨਵਾਬ ਨੂਬ ਹਨ ਸਨ, ਲੇਕਿਨ ਜ਼ਿਆਦਾਤਰ ਕਾਸ਼ਤਕਾਰ ਸਨ। ਸਮਝ ਗਏ ਤੁਸੀਂ? ਜਾਂ ਆਰਟੀਜ਼ਨ ਜਿਹੜੇ ਹੁਨਰ ਕਰਦੇ ਨੇ ਕੁਝ। ਜਿਹੜੀ ਅੰਗਰੇਜ਼ਾਂ ਦੇ ਬਾਅਦ ਆ ਕੇ ਐਜੂਕੇਟਿਡ ਕਲਾਸ ਜਿਨ੍ਹਾਂ ਨੇ ਮਾਡਰਨ ਐਜੂਕੇਸ਼ਨ ਲਿਆ, ਉਹ ਹਿੰਦੂ ਔਰ ਸਿੱਖ, ਖੱਤਰੀ ਔਰ ਅਰੋੜਾ ਉਹਨਾਂ ਦੇ ਕੋਲ ਸੀ। ਜਿਹੜੀ ਨਈ ਬਿਜ਼ਨੈਸਿਸ ਔਰ ਕਾਮਰਸ ਔਰ ਬੈਂਕ ਔਰ ਇੰਸ਼ੋਰੈਂਸ ਕੰਪਨੀਆਂ ਵੀ ਬਣੀਆਂ, ਉਹ ਸਾਰੇ ਹਿੰਦੂਆਂ ਤੇ ਸਿੱਖਾਂ ਕੋਲ ਸਨ। ਔਰ ਲਾਹੌਰ ਦੀਆਂ ਜਿਹੜੀਆਂ ਬੈਸਟ ਲੋਕੈਲਿਟੀ ਸਨ ਉਹ ਵੀ ਉਹਨਾਂ ਕੋਲ ਸਨ। ਮੁਸਲਮਾਨ ਗਰੀਬ ਸਨ ਲੇਕਿਨ ਮੈਜੋਰਿਟੀ ਸਨ। ਤੇ ਮੈਂ ਕਹਿਣਾ ਹੁੰਦਾ ਕਿ
ਇਹ ਜਿਹੜੇ ਹਮਲੇ ਸ਼ੁਰੂ ਹੋਏ ਉਹ ਲੁੱਟ ਮਾਰ ਲਈ ਹੋਏ, ਔਰ ਫਿਰ ਜੋ ਮੁਸਲਮਾਨਾਂ ਨਾਲ ਈਸਟ ਪੰਜਾਬ ਵਿੱਚ ਹੋਇਆ ਉਹ ਫਿਰ ਉਹਦਾ ਬਦਲਾ ਲਿਆ ਗਿਆ। ਇਹ ਹੈ। ਤੁਸੀਂ ਹੁਣ 76 ਸਾਲ ਦੇ ਹੋ ਚੁੱਕੇ, ਜੀ ਤੁਹਾਡੀ ਦੁਨੀਆ ਗੱਲ ਸੁਣਦੀ ਪਈ ਹੈ। ਜੀ। ਤੁਹਾਨੂੰ ਕਿੱਥੇ ਕਿੱਥੇ ਕੋਟ ਕੀਤਾ ਜਾ ਰਿਹਾ? ਕਿੱਥੇ ਕਿੱਥੇ ਕੋਟ ਕੀਤਾ ਜਾ ਰਿਹਾ ਇਹ ਰਿਸਰਚ ਹੈ ਜਿਹੜੀ ਤੁਹਾਡੀ? ਮੈਨੂੰ ਨਹੀਂ ਪਤਾ। ਜੇ ਕਹੋ ਤੇ ਤੁਹਾਨੂੰ ਮੈਂ ਹਕੀਕਤ ਵੀ ਦੱਸ ਦਿਆਂ ਕਿ ਜਦੋਂ ਮੇਰੀ ਇਹ ਕਿਤਾਬ ਛਪੀ ਤੇ ਉਹਦੇ ਬਾਅਦ ਹੁਣ ਕਿੰਨੇ ਸਾਲ ਹੋ ਗਏ ਨੇ ਯਾਰ, 1911 ਚ ਪਹਿਲੇ, ਇਹ 13 ਸਾਲ ਹੋ ਗਏ ਨੇ। ਕਈ ਲੋਕਾਂ ਨੇ ਕੋਸ਼ਿਸ਼ ਕੀਤੀ ਹੈ ਕਿ ਮੇਰੀ ਇਸ ਕਿਤਾਬ ਤੇ ਯੂਕੇ ਦੀ ਕਿਸੇ ਆਕਸਫੋਰਡ, ਕੈਂਬਰਿਜ, ਕੋਵੈਂਟਰੀ, ਕਿੰਨੀਆਂ ਯੂਨੀਵਰਸਿਟੀਆਂ ਨੇ, ਔਰ ਲੋਕਾਂ ਨੇ ਕੋਸ਼ਿਸ਼ ਕੀਤੀ ਹੈ ਕਿ ਮੈਂ ਸੈਮੀਨਾਰ ਉੱਥੇ ਕਰਾਂ ਇਹ ਉਹ, ਲੇਕਿਨ ਉੱਥੋਂ ਦਾ ਇੱਕ ਸਾਊਥ ਏਸ਼ੀਅਨ ਐਕੈਡੈਮਿਕ ਮਾਫੀਆ ਹੈਗਾ ਜਿਹੜਾ ਮੈਨੂੰ ਇਜਾਜ਼ਤ ਹੀ ਨਹੀਂ ਦਿੰਦਾ। ਇੱਧਰੋਂ ਲੋਕ ਇਨਵਾਈਟ ਕਰਦੇ ਨੇ, ਮੈਂ ਕਿਹਾ ਤੁਸੀਂ ਦੇਖ ਲਓ, ਮੈਨੂੰ ਆਉਣ ਨਹੀਂ ਦੇਣਾ, ਇਹਨਾਂ ਨੇ ਕਦੀ ਨਹੀਂ ਆਉਣ ਦਿੰਦੇ। ਬੜੀਆਂ ਭਾਸ਼ਾਵਾਂ 'ਚ ਤੁਹਾਡੀ ਕਿਤਾਬ ਜਿਹੜੀ ਛਪ ਰਹੀ ਹੈ। ਉਹ ਇਹ ਵੇ ਕਿ ਲੋਕਾਂ ਦੇ ਵਿੱਚ ਅਲਬੱਤਾ ਇਸ ਕਿਤਾਬ ਦੀ ਅਥਾਰਟੀ ਹਰ ਬੰਦਾ ਮੰਨ ਰਿਹਾ ਹੈ। ਇਹਦਾ ਪੰਜਾਬੀ ਗੁਰਮੁਖੀ 'ਚ ਤਰਜਮਾ ਹੋ ਚੁੱਕਿਆ ਹੈ, ਉਰਦੂ 'ਚ ਸਾਡੇ ਵਾਲੇ ਪਾਸੇ ਹੋ ਚੁੱਕਿਆ ਹੈ, ਹਿੰਦੀ 'ਚ ਹੋ ਚੁੱਕਿਆ ਹੈ, ਤੇ ਹੁਣ ਕੈਨੇਡਾ ਔਰ ਮਲਾਇਲਮ ਵਿੱਚ ਵੀ ਲੋਕ ਕਰਨਾ ਚਾਹੁੰਦੇ ਨੇ। ਤੇ ਲੋਕ, ਮੇਰੀ ਕਿਤਾਬ ਦੀ ਅਥਾਰਟੀ ਹਰ ਜਗ੍ਹਾ ਹੈ, ਲੇਕਿਨ ਹੁੰਦਾ ਕਿ ਨੈਟਵਰਕਿੰਗ ਹੁੰਦੀ ਹੈ ਕਿ ਪ੍ਰੋਫੈਸਰ ਇਹ ਉਹ ਜਿਨ੍ਹਾਂ ਨੂੰ ਮੇਰੀ ਕਿਤਾਬ ਦੀ ਰਿਸਰਚ ਬਹੁਤ ਭਾਰੀ ਉਹਨਾਂ ਲਈ, ਤੇ ਉਹ ਉਸ ਤੋਂ ਕੋਸ਼ਿਸ਼ ਕਰਦੇ ਨੇ ਕਿ ਇਹਦਾ ਕੰਮ ਅੱਗੇ ਨਾ ਆਏ। ਲੇਕਿਨ ਲਾਹੌਰ ਯੂਨੀਵਰਸਿਟੀ ਆਫ ਮੈਨੇਜਮੈਂਟ ਸਾਇੰਸਿਸ ਵਾਲਿਆਂ ਦਾ ਇੱਕ ਹੈ ਪਾਰਟੀਸ਼ਨ ਆਰਕਾਈਵਸ, ਉਹਦੇ ਜਿਹੜੇ ਮੇਰੇ ਇੰਟਰਵਿਊ ਮੈਂ ਕੀਤੇ ਸਨ ਉਸ ਜ਼ਮਾਨੇ ਟੇਪਸ ਹੁੰਦੀਆਂ ਸਨ, 90% ਉਹ ਹਨ, ਉਹ ਤੁਸੀਂ ਸੁਣ ਵੀ ਸਕਦੇ ਹੋ। ਕਾਤਲਾਂ ਨੇ ਕੀ ਕੀਤਾ, ਲੋਕਾਂ ਨਾਲ ਕੀ ਹੋਇਆ, ਸੋ ਪੀਪਲ ਉਹ ਸੁਣ ਸਕਦੇ ਨੇ। ਤੁਹਾਡੇ ਵਾਲੇ ਪਾਸੇ ਅੰਮ੍ਰਿਤਸਰ ਮਿਊਜ਼ੀਅਮ ਜਦੋਂ ਬਣਿਆ ਤੇ ਉਹਨਾਂ ਨੇ ਮੇਰੀ ਟੇਪਸ ਉੱਥੇ ਵੀ ਰੱਖੀਆਂ ਹੋਈਆਂ ਨੇ, ਤੁਸੀਂ ਜਾ ਕੇ ਅੰਮ੍ਰਿਤਸਰ ਸੁਣ ਸਕਦੇ ਹੋ ਜਿਹੜੇ ਮੇਰੇ ਇੰਟਰਵਿਊਜ਼ ਨੇ। ਔਰ ਉਹਨਾਂ ਨੇ ਕੋਈ ਪਲੇ ਕਾਰਡ ਬਣਾਏ ਦੇ ਨੇ ਉਸ ਜ਼ਮਾਨੇ 'ਚ ਜਿਹੜੇ ਮੇਰੇ ਕੋਲ ਹੀ ਲਿਖਵਾਏ ਨੇ ਉਹਨਾਂ ਨੇ ਕਿ ਤੁਸੀਂ ਦੱਸੋ ਕਿ ਇਸ ਪਿਕਚਰ ਦੀ ਐਕਸਪਲੇਨੇਸ਼ਨ ਕੀ ਹੈ। ਤੇ ਮੇਰੀ ਰੈਕਗਨੀਸ਼ਨ ਇਸ ਤਰ੍ਹਾਂ ਤੇ ਬਹੁਤ ਹੈ, ਲੇਕਿਨ ਜਿਹੜਾ ਨਾ ਇੱਕ ਮਾਫੀਆ ਹੁੰਦਾ ਹੈ ਕਿ ਵੀ ਸਾਡੇ ਬਗੈਰ ਕੋਈ ਕੰਮ ਅੱਗੇ ਨਾ ਆਏ, ਉਹ ਉਹਨਾਂ ਦੀ ਕੋਸ਼ਿਸ਼ ਹੈ ਵੇ ਕਿ ਇਹਦਾ ਕੰਮ ਜਿਹੜਾ ਹੈ ਉਹ ਨੂੰ ਕਿਸੇ ਤਰੀਕੇ ਨਾਲ ਦਬਾਇਆ ਜਾਏ। ਲੇਕਿਨ ਉਹ ਇਸ ਤਰ੍ਹਾਂ ਹੈ ਕਿ ਇੱਕ ਸਾਹਿਰ ਦਾ ਮੈਨੂੰ ਇੱਕ ਸ਼ੇਰ ਯਾਦ ਆਉਂਦਾ ਹੈ ਕਿ जुल्म की बात ही क्या, जुल्म की औकात ही क्या, जुल्म बस जुल्म है आगाज से अंजाम तलक, खून फिर खून है टपकेगा तो जम जाएगा। मैं उस खून की कहानी दोनों पासे की होया वो मैं पब्लिक च ले आया और लोगों के दिलों चों वस गई है। तो यह इस सच को छुपाने लिए जो करते रहे ने, उन्होंने अपने हिस्टोरिकल प्रोसेस डिफीट हो जाएंगे। मैं अज इत्थे बैठ के देखो शुरू करने उर्वशी बटालिया और इन सारे तिन्हों का नाम लिया है ना कि इन्होंने शुरू किया सी। जब मेरी किताब छपी तो उर्वशी बटालिया ने उसकी सिर्फ यह तारीफ की थी कि इट्स अ यूजफुल बुक। कोई भी तो मैं किताब भेज दिया उन्होंने तुसी यूजफुल तो कह ही सकते हो ना, जेड़ा उहदे च पूरा काम सी उहदे च उहने कोई मतलब एक होंदा ना रिव्यू दे विच तुसी फिर उहदे शी डिड नॉट। इधरों भी ऐसी कि साड़ी किताब का जिक्र हो किसी होर दा ना होए, लेकिन तुहाडे ऐसे लोग ਲੱਖੋਂ ਹਜ਼ਾਰੋਂ ਜਿਹੜੇ ਦੋਨੋਂ ਪਾਸੇ ਨੇ ਉਹ ਮੇਰੇ ਵਾਲੀ ਮੈਨੂੰ ਹੀ ਇੰਟਰਵਿਊ ਕਰਦੇ ਨੇ ਤੇ ਮੈਨੂੰ ਹੀ ਬੁਲਾਉਂਦੇ ਨੇ ਤੇ ਦਿਲਾਂ 'ਚ ਤੇ ਵਸ ਗਈ ਹੈ ਇਹ ਕਿਤਾਬ। ਸੱਚ ਜਿਹੜਾ ਹੈ ਨਾ ਉਹ ਭਾਰੀ ਹੁੰਦਾ ਝੂਠ ਤੇ। ਚਲੋ ਬਹੁਤ ਧੰਨਵਾਦ ਸਰ, ਬਹੁਤ ਸ਼ੁਕਰੀਆ, ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ ਮਿਹਰਬਾਨੀ KP ਸਿੰਘ ਜੀ। ਹੈਲੋ, ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ, ਥੈਂਕ ਯੂ ਸਰ, ਥੈਂਕ ਯੂ। ਕੁਛ ਨਹੀਂ ਕਿਹਾ ਜਾ ਸਕਦਾਗਾ, ਸਿਰਫ ਇੰਨਾ ਕਿਹਾ ਜਾ ਸਕਦਾ ਇਹ ਗੱਲ ਸਮਝ ਲਈ ਤਾਂ ਰੌਲਾ ਕੀ, ਇਹ ਰਾਮ ਰਹੀਮ ਤੇ ਮੌਲਾ ਕੀ। ਬਹੁਤ ਧੰਨਵਾਦ।